ਬਹੁਤ ਨੇ। ਇਹਨਾਂ ਦਾ ਸਾਲਾਨਾ ਜਲਸਾ ਹੁੰਦਾ ਹੈ ਵਾਸ਼ਿੰਗਟਨ ਡੀਸੀ 'ਚ, ਮੈਰੀਲੈਂਡ ਵਾਲੀ ਜਿਹੜੀ ਮੈਂ ਗੱਲ ਦੱਸ ਰਿਹਾ ਹੁੰਦਾ ਹੀ ਹੈ। ਜਦ ਭਾਈ ਮੈਨੂੰ ਇੱਕ ਗੱਲ ਦੱਸੋ, ਤੁਸੀਂ ਏਸ਼ੀਅਨ ਈਗਲ ਭਾਈ ਵੱਲ ਸ਼ੋਰ ਬੜਾ ਆ ਰਿਹਾ, ਜਦ ਭਾਈ ਮੇਰੀ ਆਵਾਜ਼ ਆ ਰਹੀ ਹੈ? ਥ੍ਰੈਸ਼ਰ ਲਾਇਆ ਸ਼ਾਇਦ ਭਾਈ ਆਵਾਜ਼ ਆ ਰਹੀ ਹੈ? ਆ ਰਹੀ ਹੈ। ਇਹ ਮੈਂ ਸੁਣਿਆ ਵਾ ਕਿ ਉਮਰ ਬਾਪ ਨੇ ਆਪਣੀ ਫੁੱਦੀ ਤੇ ਟੈਟੂ ਬਣਵਾਇਆ, ਸਵਾਰੀ ਆਪਣੇ ਸਮਾਨ की हिफाजत खुद करे। ਨਹੀਂ ਉਹਨੇ ਲਿਖਿਆ ਇਹਦਾ ਜਵਾਬ ਏਸ਼ੀਅਨ ਈਗਲ ਦੇਣਗੇ ਕਿਉਂਕਿ ਕੰਮ ਉਹਨਾਂ ਸ਼ੁਰੂ ਕਰਵਾਇਆ। ਉਹ ਰਾਤੀ ਮੇਰੇ ਕੋਲ ਰਿਕਾਰਡਿੰਗ ਨਹੀਂ ਹੋਈ, ਉਹ ਮੈਂ ਰਿਕਾਰਡਿੰਗ ਕਰਨੀ ਸੀ, ਇਹਨੇ ਨਾ ਆਬਦ ਸ਼ੇਰ ਅਲੀ ਨੂੰ ਕਿਤੇ ਕਾਲ ਤੇ ਸੱਦ ਲਿਆ ਮਰਜ਼ੀਆਂ ਦੀ ਨਾ ਬਰੋੜ ਦੇ ਉੱਤੇ। ਉਹਨੇ ਪੀਤੀ ਹੋਈ, ਕਹਿੰਦਾ ਜਾਨੂ ਚੁੰਮੀ ਨਹੀਂ ਦੇਣੀ। ਉਹ ਤੋਂ ਬਾਅਦ ਕਹਿੰਦੀ ਆਪਣਾ ਹਮ ਜਾਏਂਗੇ ਦੁਬਈ। ਉਹ ਕਹਿੰਦਾ ਮੈਂ ਕੈਨੇਡਾ ਜਦੋਂ ਆ ਜਾਣਾ, ਦੁਬਈ ਫਿਰ ਕੀ ਕੰਮ ਰਹਿ ਜਾਣਾ। ਜਦੋਂ ਕੈਨੇਡਾ ਹੀ ਆਪਣਾ ਮੈਂ ਆਣ ਕੇ ਮੁੜ ਕੇ ਦੁਬਈ ਜਾਣਾ, ਉੱਥੇ ਵੀ ਤੇ ਇਹੀ ਕੰਮ ਕਰਨਾ। ਕੈਨੇਡਾ ਨਹੀਂ ਕਦੋਂ ਦੀ ਗੱਲ ਹੈ ਅਮਰ? ਕਦੋਂ ਦੀ ਗੱਲ? ਕੱਲ ਦੀ ਮੇਰੇ ਕੋਲ ਰਿਕਾਰਡਿੰਗ ਨਹੀਂ ਹੋਈ। ਉਹ ਯਾਰੋ ਕਿਸੇ ਕੋਲ ਰਿਕਾਰਡਿੰਗ ਤਾਂ ਪੜੋ ਯਾਰ। ਰਿਕਾਰਡਿੰਗ ਹੋਣੀ ਹੈ ਰਿਕਾਰਡਿੰਗ। ਆਬਦ ਸ਼ੇਰ ਅਲੀ ਦੀ ਕੁੱਤੀ ਕੈਸੀ ਮੈਂ ਰੋਲਦਾ। ਉਹ ਮੈਂ ਤਾਂ ਕਹਿੰਦਾ ਤੂੰ ਦੇ ਉਰਾ ਯਾਰ, ਸਾਨੂੰ ਤੇ ਰਾਂਦੇ ਦੀ ਕੋਈ ਰਿਕਾਰਡਿੰਗ ਇੰਦੀ ਲੱਭੇ ਸਹੀ। ਉਹ ਗਲਤੀ ਹੋ ਗਈ ਰਿਕਾਰਡਿੰਗ। ਮੈਂ ਬੈਠਾ ਸੀ ਸ਼ਾਦ ਭਾਈ ਦੀ, ਕਿਸੇ ਨੇ ਕੀਤਾ ਹੋਣਾ ਹੈ ਯਾਰ, ਕੀਤੀ ਹੋਣੀ, ਲਾਜ਼ਮੀ ਕੀਤੀ ਹੋਣੀ। ਉਹ ਬਾਬਾ ਜੀ ਫੁੱਲ ਸ਼ਰਾਬ ਦੇ ਵਿੱਚ ਸੀ। ਉਹਨੇ ਕਿਹਾ ਜਦੋਂ ਮੈਂ ਆਉਣਾ ਤੇਰੀਆਂ ਮੈਂ ਇੰਨੀਆਂ ਵੀ ਚੁੰਮੀਆਂ ਲੈਣੀਆਂ ਕਿ ਤੇਰੀ ਸੋਚ ਨਹੀਂ ਆਉਂ ਮੈਂ ਨਾ ਪੈ ਜਾਣਾ ਚੁੰਮੇ ਰਬਾਬ। ਹਾਂ ਪੂਰੀ ਲਾਈਵ ਤੇ ਬਗੈਰਾ ਗੱਲ ਚੱਲ ਰਹੀ ਸੀ। ਕੀ ਕਰ ਰਹੇ ਹੋ? ਉਹਨੇ ਕਿਹਾ ਜਾਨੂ ਗਲਤ ਕੰਮ ਨਾ ਕਰੋ ਬਰਾੜ ਦੇ ਉੱਤੇ। ਰਿਕਾਰਡਿੰਗ ਤੇ ਨਹੀਂ ਹੈ, ਟੇਪ ਚਲਾਈ ਹੋਣੀ ਹੈ। ਇਹਦਾ ਪੁੱਤੂ ਨਹੀਂ ਆ ਉਹ ਮਿਰਜ਼ਾ ਲੀਕ ਹੋ ਗਿਆ ਜੀ। ਪਤਾ ਤੂੰ ਰਾਜਮਾ ਖਾਦ ਹੋਇਆ, ਤੂੰ ਰਾਜਮਾ ਹੁਣ ਸਾਡੇ ਤੇ ਨਾ ਕੱਢ। ਨਹੀਂ ਮੈਂ ਕੱਢ ਮੂੰਹ ਨਾ ਕਰਨਾ ਪਿਆ ਯਾਰ। ਮਿਰਜ਼ਾ ਟੱਟੀ। ਇਹ ਤੇ ਉਹ ਗੱਲ ਹੋ ਗਈ ਦਾਣਾ ਪਾਣੀ ਮੁੱਲ ਦਾ। ਮਰਜ਼ਈਆਂ ਨੇ ਵੀ ਇਹ ਕਿਆ ਕਰਨਾ, ਦਾਣਾ ਪਾਣੀ ਮੁੱਲ ਦਾ ਮਿਰਜ਼ਾ ਮੇਰੇ ਲੁੱਲ ਦਾ। ਯਾਰ ਰਾਤੀ ਜਿਹੜਾ ਕੁਛ ਹੋਇਆ ਨਾ ਉਸਤਾਦ ਜੀ, ਉਹਦੀ ਰਿਕਾਰਡਿੰਗ ਕਿਤੇ ਹੋ ਜਾਂਦੀ ਨਾ, ਬੜੀ ਚੱਸ ਹੋਣੀ ਸੀ। ਉਹ ਮੁਫਤੀ ਸਾਹਿਬ ਤੁਹਾਡੇ ਕਮੈਂਟਸ ਆਣੇ ਬੰਦ ਹੋ ਗਏ ਨੇ ਸੋਹਣਿਓ। ਤੁਸੀਂ ਤੇ ਸਖਤੇ ਜੀ ਪੈ ਗਏ ਹੋ, ਜਿਹੜੀ ਪਿਕਚਰ ਤੁਹਾਨੂੰ ਭੇਜ ਚੜੀਏ। ਕੋਈ ਗੱਲ ਨਹੀਂ ਮੁਫਤੀ ਸਾਹਿਬ, ਤੁਸੀਂ ਥੱਲੇ ਬੈ ਕੇ ਮੌਜਾਂ ਕਰੋ। ਉਹ ਸਮ ਟਾਈਮ ਨਹੀਂ ਹੁੰਦੇ ਮੁਫਤੀ ਸਾਹਿਬ, ਉਹ ਆਈਡੀ ਛੱਡ ਕੇ ਉੱਤੇ ਤੇ ਨਿਕਲ ਜਾਂਦੇ। ਭਾਈ ਨੂੰ ਕਾਲ ਤੇ ਲਈ, ਸ਼ਾਇਦ ਬਾਬਰ ਭਾਈ ਕੋ ਰਿਕਾਰਡਿੰਗ ਹੋਵੇ। ਕਾਲ ਤੇ ਲਈ ਮੈਂ ਥੱਲੇ ਉਤਰਦਾ। आगे देखियो बाबर मेयर साहब जड़े ने बड़े अपने अच्छे दोस्त ने। चुप्पो ने कॉल पे मोर्डिनेटर प्लीज कोई ते काम कर छड़े करो डरामो। जी करो जी, तुसी करो जी। मैं करना 1 मिनट दो यार। कैसे बंदे हो? मॉडिएटर लफ्ज है यार, तुसी कसम ना। वो मॉडिएटर नहीं है, मॉर्डिनेटर है। नहीं शो हो रही है पड़े सारे यार। कोई नहीं, मेरे को बाबर काल पा मैं आप चुप तेरी आईडी नजर नहीं आ रही। आईडी नहीं नजर आ रही बाबर दी। बाबर काल पा इन्ना जरूरी काम ते बाबर सानू जड़ा तरसा के चला गया है। अच्छा जी, ये जड़ी आमर छक मार के गया बाबर साहब, सही गल है जी? अस्सलाम वालेकुम। मैं गल नहीं सुनी, केड़ी रिकॉर्डिंग कह रहे हैं? कह रहा कि कल अली शेर ने उन्होंने कहा कि मैं तेरियां बड़ियां चुम्मियां लैनी, मैं कैनेडा आ गया। केड़ी ब्रॉडकास्ट गल होई है? अली शेर नहीं यार, वो दूजा खलाई खोता हैं। आबद शेर अली दी गल कर रहे हैं। आबद शेर अली गल है, कह रहे हैं कि कल लाइव ब्रॉड ते किते रिकॉर्डिंग पे दी ते सी। नहीं, किस ब्रॉड दे उत्ते गल होई है? मरजाइयां दी आबद वो कहंदे आबद शेर अली दी। आबद शेर अली वो लिखे थले उन्हें यार। आबद शेर यार बड़ी इंपॉर्टेंट है यार। वो किधरे पुरानी चुम्मी ते नहीं किधरे वो पुरानी हो रही है। ओ यार वो याद आ गई है मैनू, आ गई है। वो कहंदी मरदईयां ने मरदई है कोई इंटरव्यू लेंदे सन पे। अच्छा हुण एशियन ईगल साहब थोड़ा जिहा रिपीट करिए जी। कार मार लेंदे हो। अच्छा ਇਹ ਜਦੋਂ ਸਕੈਂਡਲ ਆਇਆ ਸੀ ਤੇ ਇਹਨੇ ਜਸਟੀਫਿਕੇਸ਼ਨ ਕੀ ਦਿੱਤੀ ਸੀ? ਦੋ ਇਹਦੇ ਡਿਫਰੈਂਟ ਬਿਆਨ ਸਨ, ਠੀਕ ਹੈ। ਪਹਿਲੇ ਕਹਿੰਦੀ ਸੀ ਕਿ ਮੇਰੇ ਮੈਂ ਆਪਣੇ ਮੁੰਡੇ ਨੂੰ ਦਿੱਤੀ ਹੈ, ਫਿਰ ਕਹਿੰਦੇ ਸੀ ਮੈਂ ਆਪਣੇ ਬੱਚੇ ਨੂੰ ਕੁੜੀ ਨੂੰ ਦਿੱਤੀ। ਇੰਜੀ ਗੱਲ ਅੱਜ ਤੋਂ ਕੋਈ 6-7 ਮਹੀਨੇ ਪਹਿਲੇ। ਬਿਲਕੁਲ ਇੰਜੀ ਇਹ ਵਾਕਿਆ ਹੀ ਮੇਰੇ ਕੋਲ ਪਈ ਦੀ ਇਹਦੀ ਰਿਕਾਰਡਿੰਗ, ਮੇਰੇ ਕੋਲ ਪਈ ਦੀ ਰਿਕਾਰਡਿੰਗ ਸਰ ਜੀ। ਉਹਦੇ ਚ ਉਹ ਸ਼ਾਰਟ ਕੱਢਣਾ ਹੈ ਜਿਹੜਾ ਕਨਵਰਸੇਸ਼ਨ ਹੋ ਰਹੀ ਸੀ ਨਾ ਬਾਈ ਫੋਨ,
ਉਹਨਾਂ ਮੇਰੇ ਕੋ ਟੋਟਾ ਪਈ ਕੱਢਣਾ ਦੀ ਹੈ ਬਸ। ਮੇਰੇ ਕੋ ਪਈ ਦੀ ਏ। ਉਹਨੇ ਕਿਹਾ ਵੇ ਨਹੀਂ ਉਹ ਗੱਲ ਇਸ ਤਰ੍ਹਾਂ ਹੋ ਰਹੀ ਸੀ। ਅਮਰ ਨੇ ਥੋੜੇ ਜਿਹਾ ਨਾ ਮਿਕਸ ਅਪ ਕਰ ਲਿਆ। ਮਰਜ਼ਈ ਨੇ ਆ ਕੇ ਤੇ ਇਹਦੇ ਕੋਲੋਂ ਸਵਾਲ ਪੁੱਛਿਆ ਕਿ ਉਮੇ ਤੇਰੀ ਉਹ ਚੁੰਮੀ ਵਾਲੀ ਜਿਹੜੀ ਏ ਉਹ ਬੜਾ ਕੰਮ ਪਹਿਆ ਸੀ, ਠੀਕ ਹੈ। ਉਹਦੇ ਵਿੱਚ ਇਹਨੇ ਕਿਹਾ ਵੇ कि देखें जी मैं लाइफ पे बैठी हुई थी, मैं भूल गई थी, तो मेरा हस्बैंड है, मैं उसको चुम्मी लाइव चले जाओ जी बाबा जी। बंद हो गई। एकदम ही बंद हो गई जी। जा अच्छा, तो ये मैं बात कर रहा था कि उसने मर्दियों के सवाल पे ये जवाब दिया था कि जनाब मैं अपने हस्बैंड को चुम्मा दे रही थी, तो अगर लाइफ पे हो गया तो इसमें कौन सी बड़ी बात है। अब सवाल ये पैदा होता है कि पुरानी वीडियोस टैप करो। हाँ जी, कोई गल नहीं यार। अच्छा जी, ਉਹ अगर ਯਾਰ ਕੱਲ ਦੀ ਰਿਕਾਰਡਿੰਗ ਨਹੀਂ ਆ, ਉਹ ਵਾਕਈ ਕਾਲ ਤੇ ਆਇਆ ਸੀ, ਉਹਨੇ ਲਾਈਵ ਤੇ ਸੱਦਿਆ ਸੀ। ਉਹਦਾ ਨਹੀਂ ਮੈਨੂੰ ਪਤਾ, ਲੇਕਿਨ ਜਦੋਂ ਤੱਕ ਇਹ ਚੁੰਮੀ ਦੀ ਗੱਲ ਹੋਈ ਸੀ ਤੇ यार ਮਰਦੀਆਂ ਨੇ गल सुन ਛੇੜੀ यार ਸੀ। है फिर कट के दे अमर तू गल ते कर छड़ी है तो बड़ी इंपॉर्टेंट बात है यार। ਮੈਂ ਕੋਸ਼ਿਸ਼ ਕਰਦਾ ਵਾਂ ਸ਼ਾਇਦ ਲੱਭ ਜਾਵੇ। ਮਰਜ਼ਈਆਂ ਕੋ ਤੇ ਹੋਣੀ ਆ ਬਾਬਾ ਜੀ, ਉਹ ਬੜੇ ਹਰਾਮਦੇ ਆ। ਅਮਨ ਬਾਬਾ ਇੱਕ ਜਿੱਥੋਂ ਮਿੰਟ ਵੀ ਨੂੰ ਗੱਲ ਕੱਢ ਕੇ ਦੱਸਦੇ ਆ, ਦੇ ਜਿਹੜੀ ਯਾਰ। ਗੱਲ ਹੁੰਦੀ ਹੈ ਨਾ ਉਹੀ ਗੱਲ ਕਰਿਆ ਕਰ। ਇਹ ਮੈਂ ਆਪਣੇ ਮੇਰੇ ਕੋਲ ਰਿਕਾਰਡਿੰਗ ਪਈ ਦੀ ਹੈ, ਠੀਕ ਹੈ। ਇਹਦੇ ਵਿੱਚ ਸਿਰਫ ਤੇ ਸਿਰਫ ਮਰਦਈਆਂ ਨੇ ਸਵਾਲ ਪੁੱਛਿਆ ਵੇ ਕਿ ਤੇਰੀ ਚੁੰਮੀ ਵਾਲੀ ਜਿਹੜੀ ਗੱਲ ਹੈ ਉਹ ਬੜੀ ਵਾਰ ਚੱਲੀ ਸੀ, ਤੇ ਉਹਨੇ ਕਿਹਾ ਸੀ ਮੈਂ ਹੁਣ ਪੁਆਇੰਟ ਮੇ ਰਿਹਾ ਵੇ ਜਨਾਬ ਏਸ਼ੀਅਨ ਈਗਲ ਸਾਹਿਬ ਖੁਰਮ ਸਾਹਿਬ ਕਿ ਪਿਛਲੀ ਜਿਹੜੀ ਇਹਨੇ 2 ਜਸਟੀਫਿਕੇਸ਼ਨਾਂ ਦਿੱਤੀਆਂ ਸਨ, ਉਹਦੇ 'ਚ ਇਹਨੇ ਕਿਹਾ ਵੇ ਕਿ ਜਨਾਬ ਮੇਰਾ ਪੁੱਤਰ ਸੀ, ਫਿਰ ਕਹਿੰਦੀ ਮੇਰੀ ਧੀ ਸੀ, ਤੇ ਤੀਸਰੀ ਜਿਹੜੀ ਇਹਨੇ ਕੀ ਕਹਿੰਦੇ ਨੇ ਕਨਸਟੀਟਿਊਸ਼ਨ ਨੇ ਇੱਕ ਬਿਆਨ ਇਹਦਾ, ਇਹਦੇ 'ਚ ਬੰਦਾ ਆ ਗਿਆ। या अच्छा पहली ठीक तो है। गल अरदे वे कि ओदी जिहड़ी आवाज़ सी ना अलीशर गुज्जर दी, वो अलीशर पे कहना वो जिहड़ा दूजा आबद शेर अली। आबद शेर अली ਆਬਦ ਸ਼ੇਰ ਅਲੀ ਜਾਂ ਉਹਦੀ ਤੇ ਬੜੀ ਮਸ਼ਹੂਰ ਜਿਹੜੀ ਹੈ ਨਾ ਪਛਾਣੀ ਜਾਂਦੀ, ਹਰ ਬੰਦਾ ਵੀ ਉਹਨੂੰ ਪਛਾਣ ਲੈਂਦਾ, ਕਿਉਂਕਿ ਉਹ ਇੱਕ ਆਮ ਬੰਦਾ ਤੇ ਹੈ ਨਹੀਂ। ਉਹ ਇਸ ਵੇਲੇ ਮੁਸਲਿਮ ਲੀਗ ਦਾ ਜਿਹੜਾ ਭਾਣਜਾ ਹੈ ਉਹ ਨਵਾਜ਼ ਸ਼ਰੀਫ ਦਾ ਜਾਂ ਤੇ ਦੂਜਾ ਇਹ ਵੀ ਕਿ ਉਹਦੀਆਂ ਜਿੰਨੀਆਂ ਗੱਲਾਂ ਨੇ ਉਹ ਸਾਰੀਆਂ ਜਿਹੜੀਆਂ ਨੇ ਉਹ ਜਿੱਥੇ ਵੀ ਬਹਿ ਕੇ ਬੋਲਦਾ ਹੋਵੇ ਪਤਾ ਲੱਗ ਜਾਂਦਾ। ਉਹ ਫਿਰ ਉਸ ਵਕਤ ਉਸ ਆਵਾਜ਼ ਨੂੰ ਬੜਾ ਕਰੀਬ ਤੋਂ ਜਾਂਚ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਾ ਸੀ ਕਿ ਵਾਕਈ ਉਹ ਹੈ। ਤੇ ਇਸ ਦੀ ਤਸਦੀਕ ਤੇ ਫਿਰ ਖਾਜਾ ਸਾਹਿਬ ਨੇ ਵੀ ਕਰ ਛੜੀ ਸੀ ਨਾ, ਜਦੋਂ ਉਹਨੇ ਆਖਿਆ ਵੀ ਤੂੰ ਉਹਨੂੰ ਮਿਲਣਾ ਉੱਥੇ ਜਾ ਕੇ, ਤੇ ਉਹ 500 ਪਾਉਂਡ ਵਾਲਾ 1000 ਪਾਉਂਡ ਵਾਲਾ ਜਿਹੜਾ ਗੱਲ ਬਣੀ ਸੀ, ਯਾਦ ਹੈ ਨਾ। ਤੇ ਉਹ ਫਿਰ ਖਾਜਾ ਸਾਹਿਬ ਨੂੰ ਉੱਧਰ ਲੈ ਗਿਆ ਸੀ। ਹਾਂਜੀ ਜਾਂ ਤੇ ਇਸ ਵਾਸਤੇ ਇਹ ਉਹ ਹੀ ਸੀ, ਔਰ ਉਹਦੇ ਨਾਲ ਹੀ ਇਹਦਾ ਜਿਹੜਾ ਇਸ਼ਕ ਮਸ਼ੂਕੀ ਚੱਲਦੀ ਹੈ ਵੀ। ਔਰ ਇਹਨੇ ਫਿਰ ਬਾਅਦ ਵਿੱਚ ਬਰਮਲਾ ਬਰਾਡਾ ਤੇ ਬਹਿ ਕੇ ਕਿਹਾ ਸੀ ਜਾਂ ਅੱਛਾ ਜੀ ਜੀ ਸ਼ਾਦ ਭਾਈ ਆਪਣਾ ਨੰਬਰ WhatsApp ਦਾ ਮੈਨੂੰ ਸੈਂਡ ਕਰਨਾ ਜ਼ਰੂਰ ਹੈ। ਤੇ ਮੈਂ ਕਰ ਦੇਣਾ, ਮੇਰੇ ਦੂਜੇ ਫੋਨ ਨੂੰ ਚਾਰਜਿੰਗ ਤੇ ਲੱਗਾ ਹੋਇਆ ਬੈਟਰੀ ਹੁੰਦੀ ਹੈ ਨਾ, ਮੈਂ ਕਰ ਦੇਣਾ ਮੇਰੇ ਦੂਜੇ ਫੋਨ ਨੂੰ ਚਾਰਜਿੰਗ ਤੇ ਲੱਗਾ ਹੋਇਆ ਬੈਟਰੀ ਹੁੰਦੀ ਹੈ। ਇਹ ਪੀਜ਼ੇ ਵੇਖੀ ਅੰਦਰੋਂ। और केड़ी है तेरे को यार अपनी
ਫੋਰਨੋ ਕਿਹੜੀ ਆ, ਵੱਡੀ ਆ ਛੋਟੀ? ਆਮਰ ਨੂੰ ਮੈਂ ਪੁੱਛਣਾ, ਫੋਰਨੋ ਛੋਟੀ ਆ ਵੱਡੀ? ਕਿੰਨੇ ਪੀਜ਼ਿਆਂ ਵਾਲੀ ਆ? ਸਿੰਗਲ ਹੈ ਡਬਲ ਹੈ? ਸਾੜ ਦਿੱਤਾ ਇਹ ਪੀਜ਼ਾ। ਚਲ ਵੀ ਭੈਣ ਜੋ ਟਿਕਟੌਕ ਤੇ ਬੈਠਾ था ਤੇ ਸਾੜ ਸੜਨਾ ਹੀ ਸੀ ਉਹ। ਸੜਨਾ ਸੀ ਜਾਂ ਵੜਨਾ ਸੀ? ਪ੍ਰੋਗਰਾਮ ਤੋਂ ਵੜ ਗਿਆ। 5 ਤੋਂ 6 ਮਿੰਟ ਵਿੱਚ ਪੀਜ਼ਾ ਤਿਆਰ ਹੋ ਜਾਂਦਾ। ਪ੍ਰੋਗਰਾਮ ਨਹੀਂ, ਪੀਜ਼ਾ ਵੜ ਗਿਆ। ਹਾਂ, ਪੀਜ਼ਾ ਵੜ ਗਿਆ। ਚਲ ਇੱਕ ਤੇ ਗਿਆ ਜੇ ਜੀ। ਚੰਗਾ ਛੇਤੀ ਆਟਾ ਮੁੱਕੇ ਦਾ ਤੇ ਨਵਾਂ ਆਟਾ ਗੁੰਨੇ ਦਾ। ਪਰ ਪੀਜ਼ਾ ਆਲਵੇਜ਼ ਜਿਹੜਾ ਆਟਾ ਹੈਗਾ ਉਹ ਤਿਆਰ ਕਰਕੇ ਅਗਲੇ ਦਿਨ ਪੀਜ਼ਾ ਬਣਾਓ ਤਾਂ ਬੈਟਰ ਬਣਦਾ ਹੈ ਸਰ। ਹੁੰਦਾ ਹੀ ਹੋਵੇ ਕਿਉਂਕਿ ਰਾਤ ਨੂੰ ਗੁੰਨ ਕੇ ਜਾਂਦੇ ਨੇ, ਉਹਨੂੰ ਫ੍ਰਿਜ ਚ ਲਾਣਾ ਹੁੰਦਾ ਹੈ ਔਰ ਉਹ ਖਮੀਰ ਬਣੇਗਾ ਤੇ ਫੇਰ ਹੈ ਨਾ। ਅੱਛਾ, ਇੱਕ ਮੈਂ ਤੁਹਾਡੇ ਸਾਰਿਆਂ ਕੋਲ ਸਵਾਲ ਪੁੱਛਣਾ। ਜੀ। ਬੈਸਟ ਪੀਜ਼ੇ ਦੀ ਨਿਸ਼ਾਨੀ ਕੀ ਹੁੰਦੀ ਹੈ? ਬੈਸਟ ਪੀਜ਼ੇ ਦੀ ਨਿਸ਼ਾਨੀ ਮੈਂ ਦੱਸਾਂ? ਜੀ ਬੋਲੋ। ਬੈਸਟ ਪੀਜ਼ੇ ਦੀ ਨਿਸ਼ਾਨੀ ਹੁੰਦੀ ਹੈ ਸਪੈਸ਼ਲੀ ਇੱਕ ਤਾਂ ਹੈਗਾ ਵਾ ਇਟਸ ਨਾਟ ਟੂ ਥਿਕ, ਯੂ نو ਦੇयर ਇਜ਼ ਅ ਲੋਟ ਆਫ ਪੀਪਲ ਕਿ ਥਿਕ ਬਣਾਉਂਦੇ ਨੇ, ਉਹ ਜਿਹੜਾ ਆਟਾ ਹੁੰਦਾ ਉਹ ਅੱਧਾ ਕੱਚਾ ਹੀ ਹੁੰਦਾ, ਯੂ نو ਇਟਸ ਨਾਟ ਪ੍ਰੋਪਰਲੀ ਕੁਕਡ, ਇਟ ਨੀਡਸ ਟੂ ਬੀ ਅ ਨਾਰਮਲ ਟਨ ਕ੍ਰਿਸਪ। ਐਂਡ ਦੈਨ ਤੁਸੀਂ ਆਹ ਨੋਇਜ਼ ਬਹੁਤ ਆ ਰਹੀ ਹੈ ਏਸ਼ੀਅਨ ਈਗਲ ਭਾਈ। ਯਾਰ ਮੇਰੀ ਨਾਲ ਰੌਲਾ ਹੀ ਰਹਿੰਦਾ। ਹਾਂਜੀ ਸੌਰੀ, ਹੁਣ ਮੈਂ ਗੱਲ ਕਰਦਾ। ਸੋ ਸੀ ਵੈਨ ਤੁਸੀਂ ਪੀਜ਼ਾ ਇਹਦਾ ਨੀਚੇ ਏਦਾਂ ਕਰੋ ਨਾ ਤਾਂ ਉੱਤੋਂ ਜਦੋਂ ਸਾਰਾ ਸਮਾਨ ਢਹਿ ਪੈਂਦਾ ਹੈ, ਦਸ ਨੋ ਪੀਜ਼ਾ the pizza needs to be stay intact, you know, if you even hold it down like that. And obviously ਨਹੀਂ ਇੱਥੇ ਨੌਵੀਂ ਭਾਜੀ ਮੈਂ ਥਿਕੋ ਥਿਨ ਦੀ ਤਾਂ ਗੱਲ ਹੀ ਨਹੀਂ ਕਰਦਾ ਪਿਆ, ਠੀਕ ਹੈ? ਹਾਂਜੀ, ਮੈਂ ਗੱਲ ਪਿਆ ਕਰਨਾ ਕਿ ਬੈਸਟ ਪੀਜ਼ਾ ਕਿਹੜਾ ਹੁੰਦਾ ਹੈ, ਕਿਹੜਾ ਕਿਸਮ ਦਾ, ਲਾਈਕ ਐਜ਼ ਇਨ ਵਾਟ ਕਿਸਮ ਦਾ ਪੀਜ਼ਾ, ਕਿਹੜੇ ਕਿਸਮ ਦਾ? ਮੈਂ ਆਪਣੀ ਓਪੀਨੀਅਨ ਦਿੰਦਾ ਵਾਂ ਕਿ ਬੈਸਟ ਪੀਜ਼ਾ ਉਹਨੂੰ ਮੈਂ ਕਹਿੰਦਾ ਵਾਂ ਕਿ ਜਦੋਂ ਤੁਹਾਡੇ ਘਰ ਪੀਜ਼ਾ ਆਏ ਨਾ ਤੇ ਅਕਸਰ ਲੋਕੀ ਕਿਨਾਰੇ ਜਿਹੜੇ ਨੇ ਨਾ ਉਹ ਨਹੀਂ ਖਾਂਦੇ ਕਿਉਂਕਿ ਬੜੇ ਹਾਰਡ ਹੋ ਜਾਂਦੇ, ਠੀਕ ਹੈ? ਤੁਹਾਡੇ ਤੱਕ ਪਹੁੰਚਦੇ ਆ ਨਾ, ਉਹਦੇ ਜਿਹੜੇ ਕਾਰਨਰ ਨੇ ਪੀਜ਼ਿਆਂ ਦੇ ਐਜਿਸ ਜਿਹੜੇ ਨੇ ਉਹ ਬਹੁਤ ਹਾਰਡ ਹੋ ਜਾਂਦੇ ਨੇ, ਉਹ ਲੋਕੀ ਨਹੀਂ ਖਾਂਦੇ। ਮੇਰੀ ਨਜ਼ਰ 'ਚ ਐਜ਼ ਏ ਪੀਜ਼ਾ ਈਟਰ ਮੈਂ ਉਸ ਇਨਸਾਨ ਨੂੰ ਅੱਛਾ ਸ਼ੈਫ ਸਮਝਦਾ ਕਿ ਜਦੋਂ ਕਸਟਮਰ ਤੱਕ ਪੀਜ਼ਾ ਜਾਏ ਬਿਲਕੁਲ ਉਹਦੇ ਜਿਹੜੇ ਐਜਿਸ ਨੇ ਉਹ ਸੌਫਟ ਹੋਣ ਤੇ ਕਸਟਮਰ ਉਹ ਵੀ ਖਾਏ ਬਿਟ ਕ੍ਰਿਸਪੀ। ਹਰ ਬੰਦੇ ਦੀ ਆਪਣੀ ਆਪਣੀ ਚੋਇਸ ਹੁੰਦੀ ਹੈ। ਆਪਣਾ ਸ਼ਾਦ ਭਾਈ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ, ਇੱਥੇ ਦੋ ਕਿਸਮ ਦੇ ਹੁੰਦੇ, ਇੱਕ ਹੱਥ ਵਾਲਾ ਪੀਜ਼ਾ ਬਣਦਾ, ਇੱਕ ਬਲੈਸ਼ ਦੇ ਵਿੱਚ ਬਣਦਾ। ਬਲੈਸ਼ ਵਾਲਾ ਜਿਹੜਾ ਹੁੰਦਾ ਨਾ ਮਸਲ ਕੇ ਉਹ ਜਿਹੜਾ ਤੁਸੀਂ ਕਹਿ ਲਓ ਕਿ ਉਹ ਤੁਸੀਂ ਜਿੰਨਾ ਚਿਰ ਕਸਟਮਰ ਕੋਲ ਜਾਂਦਾ ਨਾ ਉਹ ਉੱਦਾਂ ਦਾ ਉੱਦਾਂ ਹੀ ਦਿੰਦਾ, ਠੀਕ ਹੈ? ਜਿੱਥੇ ਤੁਸੀਂ ਟਮਾਟਰ ਸੌਸ ਜ਼ਿਆਦਾ ਲਾ ਦੇਣੀ ਉੱਥੇ ਸਮਝ ਲਓ ਚਿੱਕੜੀ ਬਣ ਜਾਣਾ ਪੀਜ਼ਾ, ਸਾਰਾ ਜੋ ਕੁਛ ਉੱਤੇ ਪਾਇਆ ਉਹ ਖਿਲਰ ਹੀ ਜਾਂਦਾ। ਜਦੋਂ ਤੁਸੀਂ ਟਮਾਟਰ ਸੌਸ ਘੱਟ ਲਾਉਣੀ ਹੈ ਨਾ, ਪੀਜ਼ਾ ਕਿਤੇ ਵੀ ਨਹੀਂ ਜਾਂਦਾ, ਥੱਲੇ ਥੋੜ੍ਹੇ ਜਿਹੇ ਕੇਜ਼ੇ ਪਾ ਦਿਓ, ਉੱਤੇ ਚੀਜ਼ ਪਾ ਕੇ ਜਦੋਂ ਸਮਾਨ ਪਾ ਤੇ ਉੱਤੇ ਚੀਜ਼ ਹੋਰ ਪਾ ਦਿਓ, ਪੀਜ਼ਾ ਖਾਣ 'ਚ ਵੀ ਮਜ਼ੇ 'ਚ ਉਹਦੀ ਲੇਸ ਵੀ ਬਣੇਗੀ। ਡਿਪੈਂਡ ਕਰਦਾ ਆਟਾ ਬਣਾਉਣ 'ਤੇ, ਤੁਹਾਡਾ ਆਟਾ ਕਿੱਦਾਂ ਬਣਦਾ, ਠੀਕ ਹੈ ਨਾ? ਜਦੋਂ ਅਗਰ ਤੁਹਾਡਾ ਆਟਾ ਟੇਸਟ ਅੱਛਾ ਨਾ ਤੇ ਫਿਰ ਉਸ ਤੋਂ ਬਾਅਦ ਸਮਝ ਲਓ ਕਿ ਤੁਹਾਡਾ ਕੰਮ ਵੀ ਠੀਕ। ਅੱਛਾ ਜੀ, ਸਟਫ ਕਰਸਟ ਤੁਸੀਂ ਸ਼ਾਹਿਦ ਭਾਈ ਸਟਫ ਕਰਸਟ ਨਹੀਂ ਖਾਧਾ ਕਦੀ? ਮੈਂ ਖਾਧਾ ਵੇ ਜਿਹਦੇ ਐਜਿਸ ਦੇ ਵਿੱਚ ਚੀਜ਼ ਹੁੰਦੀ ਹੈ। No, I get my stuffed crust. They put kebab in it, in the stuffed crust. ਉਹ ਸਾਹ ਜਿਹੜਾ ਪੀਜ਼ੇ ਦਾ ਟੇਸਟ ਹੁੰਦਾ ਨਾ, ਪੀਜ਼ੇ ਦਾ ਜਿਹੜਾ ਟੇਸਟ ਹੁੰਦਾ ਟਮਾਟਰ ਸੌਸ ਕਿ ਮੈਂ ਕਾਲਾ ਜ਼ੂਨੀ ਖਾਵਾਂ। ਯਾਰ ਮੈਂ ਤੁਹਾਨੂੰ ਦੱਸਦਾ ਰੈਸਿਪੀ ਪੀਜ਼ੇ ਦੀ ਸਭ ਤੋਂ ਸਵਾਦੀ ਰੈਸਿਪੀ ਪਤਾ ਕਿਹੜੀ ਹੈ? ਇੱਕ ਉਹ ਪੀਜ਼ਿਆਂ ਦੀ ਭੈਣ ਨੂੰ ਯੋ ਮਿਰਦੇ ਦੀ ਇਹ ਉਹ ਸਾਰੇ ਦੀ ਸੁਣ ਲਈ, ਸਾਡੀ ਤਕਲੀਫ ਹੁੰਦੀ ਹੈ। ਅੱਛਾ, ਇੱਕ ਰੋਟੀ ਲੈ, ਉਹ ਘਰ ਦੀ ਬਣੀ ਹੈ, ਉਹ ਹੱਥ ਤੇ ਰੱਖੋ, ਉਹਦੇ ਉੱਤੇ ਥੋੜਾ ਜਿਹਾ ਦੇਸੀ ਘਿਓ ਲਾਓ, ਵਿੱਚ ਲਾਲ ਰੰਗ ਦੀ ਚਟਨੀ ਮਿਰਚਾਂ ਦੀ ਪਾਓ ਤੇ ਫਿਰ ਉਹਨੂੰ ਰਗੜ ਕੇ ਮੁਰਗਾ ਬਣਾ ਕੇ ਖਾਓ, ਉਹ ਪੀਜ਼ਾ ਸਭ ਤੋਂ ਬਿਹਤਰੀਨ ਹੈ। ਹੁਣ ਬੋਲ ਸੁਣ ਲਓ ਜੀ ਸਰ, अस्सलाम वालेकुम।
ਜੀ ਵਾਲੇਕੁਮ ਸਲਾਮ ਜੀ ਖਾਨ ਸਾਹਿਬ। ਸਾਹਿਬ ਸਰ ਮੈਂ 7 ਸਾਲ ਹੋ ਗਏ ਨੇ ਪੀਜ਼ੇ ਉਤੇ ਕੰਮ ਕਰਨਾ, ਮगर ਯਕੀਨ ਲਓ ਕਰੋ ਜੀ। ਕਿ मैंने 7 ਸਾਲਾਂ ਦੇ ਇੱਕ ਦਿਹਾੜੇ ਵੀ ਪੀਜ਼ਾ ਨਹੀਂ ਖਾਦਾ। ਕਮਾਲ ਹੈ। ਇਹ ਭਾਈ ਖਾਨ ਸਾਹਿਬ ਦੀ ਗੱਲ ਸਹੀ ਆ, ਬੰਦਾ ਜਿਹੜਾ ਪੀਜ਼ੇ ਬਣਾਉਂਦਾ ਨਾ ਉਹ ਵੈਸੇ ਰੱਜ ਜਾਂਦਾ ਸਮੈਲ ਨਾਲ। ਉਸ ਦਾ ਨਹੀਂ, ਉਸ ਦਾ ਕੋਈ ਰੀਜ਼ਨ ਹੈ। ਉਸ ਦਾ ਰੀਜ਼ਨ ਇਹ ਵੇ ਕਿ ਉਸ ਜਗ੍ਹਾ ਜਿਸ ਜਗ੍ਹਾ ਅਸੀਂ ਪੀਜ਼ਾ ਬਣਾਉਂਦੇ ਹਾਂ, ਮੈਂ ਪੀਜ਼ਾ ਸ਼ੈਫ ਹਾਂ ਆਲਮੋਸਟ 7 ਈਅਰ ਇੱਕ ਸ਼ਾਪ ਤੇ ਹੋ ਗਏ ਨੇ। ਹਾਂ ਸਾਹਿਬ ਇੱਕ ਸੈਕਿੰਡ ਰੁਕਿਓ ਇੱਥੇ ਪਲੀਜ਼, ਮਾਜ਼ਰਤ ਚਾਹੁੰਦਾ। ਹਾਂ ਸਾਹਿਬ ਪੀਜ਼ਿਆਂ ਦੀ ਤਾਂ ਬਾਅਦ ਚ ਗੱਲ ਕਰਨਾ, ਪਹਿਲੇ ਜਿਹੜਾ ਚੂੜਾ ਚਮਾੜ ਅੱਗੇ ਬੈਠਾ ਪਹਿਲੇ ਜੀ ਹਾਂ ਜੀ ਬਿਲਕੁਲ ਇਹ ਫੋਟੋ ਦੇ ਮੁਤਲਕ ਗੱਲ ਇਹ ਕਰਨੀ ਹੈ ਸਰ। ਮਾਜ਼ਰਤ ਨਾਲ ਤੁਸੀਂ ਪੰਜਾਬ ਸਾਈਡ ਦੇ ਹੋ, ਕਿਸ ਜਗ੍ਹਾ ਦੇ ਹੋ? ਅਸੀਂ ਪੰਜਾਬੀ ਹਾਂ। ਮੈਂ ਹਰੀਪੁਰੇ ਦਾ ਜੀ ਜਨਾਬ। ਹਰੀਪੁਰ ਦਾ ਕੌਣ ਹੈ ਜੀ? ਮੈਂ ਹਾਂ ਜੀ, ਮੈਂ ਦਾਨੀਆਲ। ਸਰ ਜੀ ਉਹਨੂੰ ਵੀ ਛੱਡੋ, ਇਹ ਜਿਹੜਾ ਚੂੜਾ ਜਿਹੜਾ ਖਿਲਾ ਰਿਹਾ ਦਾ ਸਸਾਂ ਇਹਦੇ ਬਾਰੇ ਗੱਲ ਕਰਨੇ ਸੇ ਤੁਸੀਂ ਕੋਲ ਪੁੱਛਿਆ ਤੁਸੀਂ ਕਿਸ ਜਗ੍ਹਾ ਦੇ ਹੋ? ਅੱਛਾ ਸਮਝਿਓ ਅਸੀਂ ਪੰਜਾਬ ਦੇ ਪ੍ਰੋਬਲਮ ਇਹ ਵੇ ਸਾਰੇ ਕਿ ਪੰਜਾਬ ਦਾ ਇਹ ਵੇ ਪ੍ਰੋਬਲਮ ਕਿ ਇਹ ਹੁਣ ਮੈਨੇ ਟਿਕਟਾਕ ਖੋਲੀ ਹੈ, ਮੈਂ ਕੰਮ ਤੋਂ ਛੁੱਟੀ ਕੀਤੀ ਤੇ ਟਿਕਟਾਕ ਖੋਲੀ ਹੈ, ਮੈਂ ਚੈੱਕ ਕੀਤੀ ਹੈ। ਸਾਡੇ ਪੰਜਾਬੀ ਭਰਾ ਜਿਹੜੇ ਬਿਲਕੁਲ ਪੜ੍ਹੇ ਲਿਖੇ ਨਹੀਂ, ਉਹਨਾਂ ਵਾਂ ਕਦਿਆਨੀ ਆਨਲਾਈਨ ਤਬਲੀਗਾਂ ਪੇ ਦਿੰਦੇ ਨੇ, ਸਮਝਿਓ ਉਹਨਾਂ ਵਾਂ ਸਵਾਲ ਜਵਾਬ ਦਾ ਪਤਾ ਕੋਈ ਨਹੀਂ, ਠੀਕ ਹੈ, ਤੇ ਉਹਨਾਂ ਦੀ ਸਾਈਡ ਉੱਤੇ ਜੁਲ ਕੇ ਬਹਿੰਦੇ ਨੇ। ਅੱਲਾ ਪਹਿਲੇ ਤੁਸੀਂ ਨਾ ਮਿਰਜ਼ਾ ਗੁਲਾਮ ਕਾਦੀਆਨੀ ਤੇ ਲਾਨਤ ਮੇਰਾ ਭਰਾ ਪਾ ਦਿਓ, ਬਾਅਦ ਚ ਬਾਕੀ ਗੱਲ। ਉਹ ਮੈਂ ਉਸ ਦੀ ਜਮਾਨੇ ਵਾਲੀ ਤੇ ਵੀ ਲਾਨਤ ਭੇਜਣਾ ਕਿ ਤੁਸੀਂ ਕਿਹਦੀ ਗੱਲ? ਉਹ ਆਪਣਾ ਨੋਮੀ ਭਾਈ ਮੇਰੇ ਸ਼ਹਿਰ ਦੇ ਨੇ। ਇਹ ਕਾਦੀਆਨੀਆਂ ਕੋਲੋਂ ਕੋਈ ਅਸਾਂ ਦੇ ਹਜ਼ਾਰੇ ਵਿੱਚ ਮੈਂ ਤੁਸਾਂ ਨਿੱਕੀ ਜੀ ਗੱਲ ਦੱਸਾਂ ਕਿ ਸਾਡੇ ਹਜ਼ਾਰੇ ਵਿੱਚ ਮੈਂ ਅੱਜ ਦਿਨ ਤੱਕ ਕਦਿਆਨੀ ਨਹੀਂ ਦੇਖਾ। ਇਹਨਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਹੈ ਉੱਥੇ ਜੀ। ਸਮਝੋ ਮੈਨੂੰ ਇਹ ਦੱਸੋ, ਤੁਹਾਡੀ ਜ਼ੁਬਾਨ ਜਿਹੜੀ ਹੈ ਨਾ, ਮੇਰੇ ਇੱਕ ਦੋਸਤ ਤੇ ਉਹਦੇ ਆ ਲੱਗਦੀ ਹੈ ਜੀ ਹਜ਼ਾਰੇ ਵਾਲੀ ਜ਼ੁਬਾਨ ਹੈ ਜੀ। सर इनको जुबान मेरी है, मगर मेरे 15 साल हो गए ने बाहर निकले होते, इस वजह तो पंजाबियां ना बोल के सारी चेंज ही हो गई है। ਨਾ ਹਲੇ ਵੀ ਸੈਫ ਖਾਨ ਸਾਹਿਬ ਹਲੇ ਵੀ ਲੈ ਜਾਓ, ਹੋਈਏ ਸੇਮ ਹੋਈ मैं तो समझ निकी जी एक गल दसना चाहना, बेल्जियम पे साढ़े नाल बंदा आ, उसने मेरे ते क्वेश्चन किया ना तू अहमदी है, मैं क्या अल्हम्दुलिल्लाह मैं अहमदी हाँ। कहते अच्छा ठीक है, वो मां नहीं पता है कदे आनी है, वो अगर टुरने फिरने मेरे नाल लग गया। बेल्जियम की गल है साड़ी कैंप की, ਤੁਸੀਂ ਯਕੀਨ ਕਰੋ ਕਿ ਮੇਰੇ ਨਾਲ ਬਹਿਵੇ ਉੱਠੇ ਤੇ ਮਾਂ ਇੱਕ ਪਾਕਿਸਤਾਨੀ ਮੁਸਲਮਾਨ ਹੈ, ਪੰਜਾਬੀ ਹੈ, ਮਾਂ ਤੇ ਨਹੀਂ ਪਤਾ, ਮੈंने ਜ਼ਿੰਦਗੀ ਵਿੱਚ ਕਦੇ ਨਹੀਂ ਦੇਖੀ ਕੋਈ ਨਹੀਂ। ਉਹ ਜੀ ਮਾਂ ਕਹਿੰਦਾ ਤੂੰ ਇਸ ਨਾਲ ਕਿਉਂ ਫਿਰਨਾ ਉਹਨੇ? ਮੈਂ ਕਿਹਾ ਯਾਰ ਕੀ ਹੋਇਆ ਫਿਰਨਾ, ਤੇ ਪਾਕਿਸਤਾਨੀ ਭਰਾ ਵੇ। ਕਹਿੰਦਾ ਇਹ ਪਾਕਿਸਤਾਨੀ ਹੈ ਮਗਰ ਹੈ ਇਹ ਕਦਿਆਨੀ ਹੈ। ਮੈਂ ਕਿਹਾ ਉਹ ਕੀ ਹੁੰਦਾ? ਕਹਿੰਦਾ ਇਹ ਅਹਿਮਦੀ ਨੇ। ਮੈਂ ਕਿਹਾ ਖੁਦ ਖਬਰਦਾਰ, ਅਹਿਮਦੀ ਕੀ ਹੁੰਦਾ? ਅਹਿਮਦੀਆਂ ਕੁਝ ਨਾ ਆਖੀ, ਮੈਂ ਅਹਿਮਦੀ ਹਾਂ। ਉਹ ਕਹਿੰਦਾ ਤੂੰ ਵੀ ਅਹਿਮਦੀ ਹੈ? ਕਿ ਅਲਹਮਦੁਲਿਲਾ ਮੈਂ ਅਹਿਮਦੀ ਹਾਂ, ਮੇਰੇ ਨਬੀ ਕਰੀਮ ਸੱਲਮ ਦਾ ਪਹਿਲਾ ਨਾਂ ਅਹਿਮਦ ਆ, ਤੇ ਮੈਂ ਅਹਿਮਦੀ ਹਾਂ, ਮੈਂ ਮੁਹੰਮਦੀ ਹਾਂ। ਤੇ ਅਹਿਮਦੀ ਕੀ ਹੁੰਦਾ? ਕਹਿੰਦੇ ਉਹ ਕਦਿਆਨੀ ਜਿਹੜੇ ਮਿਰਜ਼ਾ ਕਦਿਆਨੀ, ਮਿਰਜ਼ਾ ਜੋ ਲਿਆ ਆਖਿਆ ਸੋ ਤਾਂ ਮੈਂ ਪਤਾ ਲੱਗਿਆ ਮਿਰਜ਼ਾ ਕਦਿਆਨੀ ਜਿਹੜਾ ਇਸਾਂ ਕਹਿੰਦੇ ਨੇ ਮਿਰਜ਼ੇ ਕਦਿਆਨੀ ਆ, ਅਹਿਮਦੀ ਆਖਦੇ ਨੇ, ਠੀਕ ਹੈ। ਪਹਿਲੇ ਤੇ ਜੋ ਅਹਿਮਦੀ ਆਖਦੇ ਨੇ, ਇਹਨਾਂ ਨੂੰ ਇਸ ਗੱਲਾਂ ਤੋਂ ਰੋਕਿਆ ਜੁਲੇ ਕਿ ਅਹਿਮਦੀ ਆਪੇ ਆਖ ਹੀ ਨਹੀਂ ਸਕਦੇ, ਕਿਉਂਕਿ ਉਸ ਤੱਕ ਨਾਂ ਅਹਿਮਦ ਹੈ ਹੀ ਨਹੀਂ, ਹੋ ਹੀ ਨਹੀਂ ਸਕਦਾ ਨਾ। ਸਮਝੋ ਅਹਿਮਦੀ ਅਸੀਂ ਹਾਂ, ਤੁਸੀਂ ਹੋ ਗਏ, ਮੈਂ ਹੋ ਗਿਆ, ਅਸਾਂ ਅਹਿਮਦੀ ਕਹਿਣ ਦਾ ਫਖਰ ਹੋਣਾ ਚਾਹੀਦਾ, ਕਿਉਂਕਿ ਅਸੀਂ ਅਲਹਮਦੁਲਿਲਾ ਆਪਣੇ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ, ਸਾਡੇ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦਾ ਪਹਿਲਾ ਨਾਂ ਅਹਿਮਦ ਆ, ਬਾਅਦ ਵਿੱਚ ਮੁਹੰਮਦ ਆਇਆ। ਸਮਝਿਓ ਅਸੀਂ ਅਹਿਮਦੀਆਂ ਤੇ ਮੁਹੰਮਦੀਆਂ, ਇਹਨਾਂ ਮਿਰਜ਼ਿਆਂ ਤੇ ਇਹ ਮਿਰਜ਼ੇ ਜੀ। ਹਰੀਪੁਰ ਦਾ ਬਾਜ਼ਾਰ ਯਾਦ ਹੈ ਨਾ, ਉਹ ਜਿਹੜਾ ਹਜ਼ਾਰਾ ਰੋਡ ਵਾਲਾ? ਜੀ ਮੈਂ ਸਰ ਜੀ ਮੇਰਾ 5 ਮਿੰਟ ਇੱਕ ਸੈਕਿੰਡ ਦਾਨਿਆ, ਇਹ ਰਾਵਲਾਕੋਟ ਦੀ ਵੀ ਲੈਂਗੁਏਜ ਸੇਮ ਹੀ ਹੈ ਫਿਰ ਤੁਹਾਡੀ? ਨਹੀਂ ਰਾਵਲਾਕੋਟ ਉਹਨਾਂ ਦੀ ਥੋੜੀ ਜਿਹੀ ਹੋਰ ਹੈ, ਅਸਾਂ ਦੀ ਥੋੜੀ ਜਿਹੀ ਹੋਰ ਹੈ। ਅਸੀਂ ਪਤਾ ਸਭ ਤੁਸੀਂ ਹੈ ਕਿਹੜੀ ਜਗ੍ਹਾ ਤੋਂ? ਹਰੀਪੁਰੇ ਦੇ ਖਲਬੱਟੇ ਦਾ ਜੀ। ਅੱਛਾ ਮੈਂ ਬਣੀਆਂ ਦਾ ਜੀ। ਮੈਂ ਮੁਜ਼ੱਫਰਾਬਾਦ ਦਾ ਜੀ। ਮੁਜ਼ੱਫਰਾਬਾਦ ਪਣੀਆਂ ਤੇ ਤੁਸਾਂ ਦੇ ਬੜੇ ਜੇ ਮੇਰੇ ਸੰਗੀ ਯਾਰ ਰਹਿੰਦੇ ਨੇ, ਆਸਮਹਾਨ ਅਕਬਰਹਾਨ ਟਰਕਾਂ ਵਾਲੇ ਦਾ ਪੁੱਤਰ ਹੈ। ਰਾਵਲਾਕੋਟ ਨੇੜੇ ਤੇੜੇ ਤੁਸੀਂ ਮੁਜ਼ੱਫਰਾਬਾਦ ਵਾਲਾ ਬੈਠਾ ਨਾ ਜੀ, ਉਹਦੇ ਕੋਲੋਂ ਪੁੱਛੋ ਨਾ, ਉਹ ਦੱਸੇਗਾ ਤੁਹਾਨੂੰ ਰਾਵਲਾਕੋਟ ਵਾਲਿਆਂ ਦੀ ਕਿਹੜੀ ਜ਼ੁਬਾਨ ਹੈ। ਰਾਵਲਾਕੋਟ ਇਹ ਭਾਈ ਆ ਹਾਂ ਸਾਹਿਬ ਜਿਹੜੇ ਬੋਲਦੇ ਨੇ ਨਾ, ਫਿਰ ਰਾਵਲਾਕੋਟ ਦਾ ਇੱਕ ਮੇਰਾ ਬੰਦਾ ਦੋਸਤ। ਉਹ ਨਹੀਂ ਰਾਵਲਾਕੋਟ ਨੇ ਡਿਫਰੈਂਟ ਲੈਂਗੁਏਜ ਥੋੜੀ ਜੀ, ਉਹ ਬਿਲਕੁਲ ਹੁਣ ਜੁਲਨੇ ਆ, ਉਹ ਅਲੱਗ ਜ਼ੁਬਾਨ ਹੈ ਜੀ। ਸ਼ਾਇਦ ਉਹ ਜ਼ੁਬਾਨ ਹੈ, ਉਹ ਅਛਣੀ ਗਛਣੀ ਮਾੜਾ ਕਰਦੇ ਨੇ। ਅਛਣੀ ਗਛਣੀ ਵਾਲੇ ਨੇ, ਬਿਲਕੁਲ ਉਹ ਅਛਣੀ ਗਛਣੀ ਵਾਲੇ ਨੇ, ਸਮਝੋ ਨਾ।
ਇਹ ਇੱਥੇ ਹੁਣ ਤੁਸੀਂ ਹੁਣ ਕਿਸ ਜਗ੍ਹਾ ਤੋਂ ਬੋਲਦੇ ਪਏ ਹੋ? ਇਟਲੀ ਵਿੱਚ ਹੋ? ਨਹੀਂ ਅਸੀਂ ਇੰਗਲੈਂਡ ਬੈਠੇ ਸੀ, ਮੈਂ ਇੰਗਲੈਂਡ ਆ, ਬਾਕੀ ਸਾਰੇ ਅੱਛਾ ਅੱਛਾ ਜਿਹੜੇ ਨੇ ਇੱਥੇ ਸਰ ਮੈਂ ਤੇ ਅੱਜ ਕੱਲ ਮਾਲਟੇ ਆਇਆ ਅਸੀਂ ਵੀ ਇੰਗਲੈਂਡ ਹੀ ਹੈ ਜੀ। ਅੱਛਾ ਮੈਂ ਤੇ ਮਾਲਟੇ ਹਾਂ ਅੱਜ ਕੱਲ ਤੇ ਕਿਹਨਾਂ ਸੋ ਕਿਹੜੇ ਮਾਲਟੇ ਹੋ? ਸਕਿਨ ਆਫ ਵਾਲੇ ਮਾਲਟੇ ਕਿ ਸਕਿਨ ਆਨ ਵਾਲੇ ਮਾਲਟੇ? ਮਾਲਟਾ ਇਟਲੀ ਨਾਲ ਲਿਖਾ ਜਾ ਬੋਲੋਗੇ ਸੀਡਲੈਸ मोरक्कन माल्टे बड़े बड़े ਇਹ ਵੱਡੇ ਵੱਡੇ ਮਾਲਟੇ ਨੇ ਮਗਰ ਨਿਕਾ ਜਾਈ ਮੁੱਲੋ ਕੇ ਮਗਰ ਮਾਸ਼ਾਅੱਲਾ ਨਾ ਕਿਹਨਾਂ ਸੋ ਕੰਮ ਸ਼ਮ ਠੀਕ ਨੇ ਨਾ ਥੋੜੇ। ਅੱਛਾ ਉੱਥੇ ਟਾਈਮ ਕੀ ਹੋਇਆ ਸਾਡਾ? ਅਲੀ ਖਾਨ ਸਾਹਿਬ ਉੱਥੇ ਹੁੰਦੇ ਨੇ ਮਾਲਟਾ। ਇਹ ਮਿਰਜ਼ੇ ਨੂੰ ਅਸੀਂ ਲਾਇਆ ਹਰੀਪੁਰ ਬਾਜ਼ਾਰ ਵਾਲਾ ਗਟਰ ਨਹੀਂ। ਉਹ ਮੈਂ ਕਹਿੰਦਾ ਸਰ ਜੀ ਇਸ ਤੇ ਫੋਟੋ ਮਸਾ ਸ਼ੇਅਰ ਕਰੋ, ਮੈਂ ਕਹਿੰਦਾ ਸੋ ਇਸ ਦਾ ਫੇਸਬੁੱਕ ਤੇ ਲਾਵਾਂ ਮੈਂ ਫੋਟੋ ਬਹੁਤ ਚੰਗਾ ਲੱਗਾ ਨਾ। ਇਹ ਹੈ ਇਸੀ ਕਾਬਲ ਨੇ। ਸਕਰੀਨਸ਼ਾਟ ਲੈ ਲਓ ਤੇ ਜ਼ੂਮ ਕਰਕੇ ਨਾ ਤੇ ਤੁਸੀਂ ਲਾ ਸਕਦੇ ਹੋ। ਤੇ बस ये हिसाब किताब है कि मैं तो कहना कि ना मैं जितना कुछ कह सकता है बंदा उतना कहे, वो भी फिर भी घट है ना। अच्छा मैं क्वेश्चन पूछना चाहना खान साहब जी ਤੁਸੀਂ ਹੁਣ ਕਿਹਾ ਕਿ ਵੀ ਅਹਿਮਦੀ ਹੁਣ ਯਾਰ ਇਹ ਆਪਣੇ ਆਪ ਨੂੰ ਫਿਰ ਅਹਿਮਦੀ ਕਹਿੰਦੇ ਨੇ, ਫਿਰ ਇਹ ਬੰਦੇ ਕਨਫਿਊਜ਼ਨ ਨਹੀਂ ਆ, ਬੰਦੇ ਨੂੰ ਕਨਫਿਊਜ਼ਨ ਨਹੀਂ ਵਾ ਸਰ ਜੀ ਕਿਉਂ ਅਹਿਮਦੀ ਤੁਸੀਂ ਕਿਉਂ ਦੋ ਨਾ ਵਾ ਤੁਸੀਂ ਯਕੀਨ ਕਰੋ ਜਾਂ ਨਾ ਕਰੋ ਖੁਦਾ ਜਾਣਦਾ। ਮੇਰੀ ਸਾਨੀਓ ਗੱਲ ਹੈ ਕਿ ਨਿੱਕੀ ਜੀ ਬੈਲਜੀਅਮ ਵਿੱਚ ਮੈਂ ਕੰਮ ਕਰਨਾ ਆ, ਫੁੱਲ ਜਿਹੜੇ ਹੁੰਦੇ ਨੇ ਨਾ ਫੁੱਲ ਉਹਨਾਂ ਦੀ ਪੈਕਿੰਗ ਅਸੀਂ ਕਰਨੀ ਆ। मैं तो मेरा एक दोस्त है पंजाबी है तारक भाई, और वो माशाल्लाह बहुत अच्छा आदमी है और बड़ा मतलब सच्चा मुसलमान जिस आते ने। मेरे लिए गल नहीं, मैं बहुत गुनहगार हाँ, वो सच्चा मुसलमान। असी कम्मे ते गए हैं पैकिंग अस फुल्लां दी असे ते असां नहीं पता असां गड्डी के ना सो भरनी है। असां नाल जेह्ड़ा त्रीया बंदा आ वो पाकिस्तानी आ ते असां नहीं पता वो कद्यानी आ, ठीक है। असी त्रै बंदे हैं ते बाकी सारे पोलैंड दे गोरे है। तुसी यकीन करसो उस बंदे ने मूँह तो कट सटा मैं अहमदी हाँ। असां दोवां बंदियां ने उस इतना ही उस को कम किया, इतना कुछ तो खुदा जानदा अल्लाह किन्ना सो असां माफ़ करे ये जुल्म है। मगर उसके एक अहमदी कहने की वजह तो असां ने उस इतना जुल्म किया तो असां आख्या तो नहीं कीता तो क्यों क्या असां उस गड्डी के मुँह खला कर सकें। उसने सिर्फ बांह सीधी करके रखनी है, फुल असां ने सटने मतलब वो पूरा गुलदस्ता जो होंगे ना असां ने सटना होंगे दोवां बंदियां ने, तो उसने अगों बांह रखनी है तो बस सीधा हो जुलना है। वो बांह रख के दूए दाड़े काम छोड़ देता, उसने दूए दाड़े कम्मे ते नहीं आया। तुसी यकीन करो समझो अहमदी असी हाँ अहमदी। तुसी अपनी अपनी किताब चेक करो, अपने साडे नबी करीम सल्लल्लाहु अलैहि वसल्लम दा पहला नाम अहमद है, ठीक है। वो जोले तू समा आखे तू आख जी मैं अल्हम्दुलिल्लाह मैं अहमदी हाँ मैं मुहम्मदी हाँ, ठीक है। जाले कद्यानियाँ बे कसम उठा के मैं तुसा आखना कद्यानियाँ बे एक ज़रा बराबर दिल नहीं है, एक ज़रा बराबर। तुसा ना कदे तुसी एक दफ़ा ज़रा सामने उन्होंने 5 बंदे दे तुसी कले खले हो जो ना उन्हें भी इतनी हिम्मत नहीं, वो 5 बंदे तुसा ना तू करके अगू गल करो। असी बेल्जियम कैंप में हाँ, तुसी यकीन कर सो साढ़े नाल कम अज़ कम भी 5 बंदे हैं बेल्जियम कैंप पे, जिन्होंने बिचों टोटल 3 तो 4 बंदे असी सुनी हैं, बाकी सारे कद्यानी। और एक बंदा भी कि ना सो साडा नहीं आ, एक पेशावर का बंदा मैं समझ नहीं आती, मैं यकीन ना कर रखता, वो कहता यार मैं कद्यानी हाँ। उस बंदे ने असां दुआ सलाम खत्म कर सकती, मैं यकीन नहीं आता पेशावर का वो बंदा कद्यानी हो सकता है। मगर के नाम है बाकी 20 बंदे तुसी यकीन कर सो सारे पंजाब के सारे कद्यानी। जी फोटो लाइए ना, फोटो के थले पता की लिखो यार एक बंदा नहीं है सरफराज साहब आए ने जगह नहीं हो फोटो के थले लिखो कुछ ना कहो कुछ भी ना कहो, गटर जो बंद है वहां ले चलो। अच्छा एक सवाल है मेरा जी, ये सवाल का मैं जवाब कोई बंदा पढ़ा लिखा है वे जरा मैं दे सके कि मैं मेरे तक कोई दोबारा सवाल होता है तो मैं उस कुत्ते के पुत्रे जवाब दे सका। समझो सवाल मेरा ये वे कि हूँ थोड़ी देर पहले सारे मुसलमानों को अस्सलाम वालेकुम। बेशुमार जी एक सेकंड सरफराज साहब जी। हाँ साहब पूछो की सवाल जे। हाँ साहब चलें जब सबको आते हैं। सरफराज कैसे हैं आप सर? ठीक है जी अल्लाह का करम जी, आप कैसे हैं सर? अल्हम्दुलिल्लाह दुआएं आपकी। थोड़ा सा मसरूफ था
काफ़ी अरसा भाइयों से बातचीत नहीं हो सकी, लेकिन इन कुत्तों की ब्राड पे जाके तो तंग बहुत किया उनको। अभी भी एक बेगैरत की ब्राड शूट किया है। ये सैफी खान साहब ने एक बात कही है कि पेशावर का कोई बंदा था, वो कह रहा था कि कादियानी है। वो बेगैरत जो है ना, जो कह रहा था कादियानी है, वो पेशावर का नहीं होगा, उसने पश्तो सीखी होगी। क्योंकि मेरा ये दावा है अल्हम्दुलिल्लाह कि जो पठान होगा वो मुसलमान होगा, मुसलमान के अलावा कुछ भी नहीं होगा। सरफराज खान साहब, मैं आपकी बात को थोड़ा सा इसको जो है ना करूँगा कि मैंने अपनी मतलब कि अपने कानों से सुना है और अपनी आंखों से देखा है कादियानियों की ब्राड पे अपना ये जो है ना अपना पाराचिनार के पठानों को बैठे हुए और ये कहते हुए कि हम कादियानी हैं, जिनकी मेरे पास कुछ की फ़ोटो भी है। वो असल में मैं आपको बता रहा हूँ कि आपको इस कॉन्सेप्ट का पता नहीं है। देखिए, अफगानिस्तान और पाकिस्तान का जो बॉर्डर एरिया है ना, यहाँ पे आपको रूसी वलद पश्तो बोलने वाले मिलेंगे, जिनका असल जो माँ बाप है वो रशियन है। क्योंकि रशियन भी हमारी तरह गोरे ही हैं, तो उनको बाकायदा एक प्लान के तहत जो है ला के आबाद किया गया बॉर्डर एरियाज में। लेकिन उनकी अल्हम्दुलिल्लाह बेखुनी हो रही है। ये एक आध दाना वहाँ तो इनकी हिम्मत ही नहीं है, अल्लाह के फजल करम से मैं दावे से कहता हूँ। KPK छोड़े, अपना अफगानिस्तान तो छोड़े, KPK की किसी ज़िले में, किसी तहसील में, किसी भी मतलब ये कि इलाके में अल्हम्दुलिल्लाह आज तक कोई कंजर खाना नहीं है। मैं कंजर खाना इनकी इबादत खाने को बोलता हूँ। और ये मेरा चैलेंज आज का नहीं है, जब से शाहिद भाई की ब्राड आई, जब से हम लोग बैठे हैं इनके साथ, तब से मेरा चैलेंज है कि मुझे ये एक अपना कंजर खाना दिखा दें। मैंने 10 लाख रुपए का ऐलान किया था इनको, मैंने कहा दिखा दें, या फेस टू फेस सामने आके मेरे साथ बात कर लो और मुझे कहें कि मैं फलाने इलाके में हूँ और वहाँ का मैं कादियानी हूँ। खाली पश्तो बोलने से नहीं काम चलेगा। मुझे 7 ज़ुबानें आती हैं अल्हम्दुलिल्लाह। ये बदनाम करने के लिए कि इन पे बहुत सवाल उठे हैं कि यार आप सऊदीया में नहीं हो, आप गल्फ में नहीं हो, आप जो है पंजाब में हो, सिंध में हो, बलूचिस्तान में हो, KPK में आप नहीं हो। तो इसलिए इन बेगैरतों ने फिर उस अपनी बात रखने के लिए कुछ ऐसे बंदे भर्ती किए हैं जो पश्तो जानते हैं। लेकिन अल्हम्दुलिल्लाह देखें, क़ैस बिन अब्दुल अजीज़ से लेके 1400 साल नबी पाक सल्लल्लाहु अलैहि वसल्लम की आमद को और उन पर ईमान लाने को हमें हो गए अल्हम्दुलिल्लाह। उस वक़्त से लेके आज तक आप किसी पठान बच्चे से पूछेंगे ना कि पुत्र आप पहले पठान हो या मुसलमान हो, वो कहेगा जी मैं 4000 साल से पठान हूँ और 1400 साल से अल्हम्दुलिल्लाह मुसलमान हूँ। क्योंकि उस वक़्त सारे कबीले ने इस्लाम कबूल किया था और उस वक़्त से लेके आज तक अल्हम्दुलिल्लाह ये दावे के साथ मैं कहता हूँ कि पश्तून कौम में कादियानी तो छोड़ दे, कादियानी तो इंतहाई यानी आखिरी दर्जे का, यानी इसको तो हम किसी मज़हब में नहीं मानते ना। आपको क्रिश्चियन भी नहीं मिलेगा, यहूदी भी नहीं मिलेगा, हिंदू भी नहीं, कोई और मज़हब नहीं मिलेगा सिवाय ला इलाहा इल्लल्लाह मुहम्मद रसूलुल्लाह नबी पाक का कलमा पढ़ने वाला। माशाल्लाह आपने बात बहुत अच्छी की है। मैंने आपकी बात सुनी है, मैं सॉरी मैं कॉल पे चला गया था, कॉल आ गई थी, मगर अल्लाह जानता है मेरे वश में नहीं था वो, क्योंकि मेरा जहन ही नहीं मानता कि पश्तून कोई कादियानी हो सकता है। मैं झूठ नहीं बोला, मगर जब उस लड़के से मुलाकात हुई मेरी तो मुझे यकीन नहीं आ रहा था, मैं सही बोलूँ, और मैंने तो उससे बंदे से दुआ सलाम ख़त्म कर दी थी, क्योंकि मुझे जब पता चला वो कादियानी है। तो शायद वो बेल्जियम में डॉक्यूमेंट्स के लिए कादियानी हुआ हो, क्योंकि मेरे साथ लड़के पाकिस्तानी लड़के हैं, वो उन्होंने बहुत कोशिश की, क्योंकि हमें वापस मैं इंग्लैंड आया था, इंग्लैंड से वापस इधर बेल्जियम आया था, तो बेल्जियम वालों को इंग्लैंड वापस भेज रहे थे ना, बेल्जियम से ना,
تو میرے ساتھ پاکستانی لڑکے تھے, انہوں نے جو پنجاب کے تھے انہوں نے مجھے کہا ہے کہ یار ہم لوگ بھی ایسا کریں گے, ہم نے صرف زبان سے کہنا ہے. میں نے کہا استغفر اللہ, اللہ پاک میری زندگی میں وہ دن نہ لائے مجھے اللہ پاک, میں نے کہا مجھے اللہ پاک اسی وقت موت دے دے مگر اللہ پاک یہ دن میرے اوپر نہ لائے. اللہ یقین کریں آپ, میرے ابو جان پاکستان میں تھے تو ان کو پتہ چل گیا, کیونکہ ہمارے گاؤں کے ایک بندے نے سننے میں آیا ہے, ہم نے اپنی آنکھوں سے تو نہیں دیکھا, نام لینے سے غیبت ہو جاتی ہے, صرف سننے والی بات کر رہا ہوں. اس کا کہتے ہیں کہ اس بندے نے مطلب اپنے آپ کو کرسچن شو کر کے تو ڈاکومنٹس لیے ہیں کسی ملک کے نا, تو میں نام بھی نہیں لیتا کہ کیونکہ شاید ہمارے گاؤں کا کوئی بندہ سن رہا ہو تو اچھی بات نہیں ہوتی کہ کس ملک میں اس نے لیے ڈاکومنٹس. آپ نے کوئی سوال پوچھنے, ایک منٹ پہلے مجھے ختم کر دے, سوری معذرت, میں وہ بات ختم کرنا چاہتا ہوں نا. تو پتہ نہیں کیا بات کر رہا تھا, کسی بندے کا نام نہیں لینا, کرسچن. ہاں, تو میرے ابو جان نے مجھے پاکستان سے اسپیشل کال کر کے یہ کہا تھا کہ اللہ کا شکر ہے الحمدللہ رزق پانی اللہ پاک پاکستان میں بھی دے رہا ہے. ان کے وہ نہیں بھی کہتے نا تو الحمدللہ میں بہت گنہگار انسان ہوں, مگر الحمدللہ میرا اللہ پہ اور اللہ پاک نبی کریم صلی اللہ علیہ وسلم پہ اتنا ہی پختہ ایمان ہے کہ میں سوچنا تو کرنا تو بہت دور کی بات, سوچنا بھی حرام سمجھتا ہوں. ہزارے کے جو ہمارے مگر میرے ہزارے کے جو ہمارے یہ بغیرت نہیں دیکھے, الحمدللہ نہیں دیکھے. یقین کریں آپ نظر آئے, میں تو کہتا ہوں ان کو ننگا کر کے بندہ روڈ پہ کے نہ سن بگائے. بس یہ تھوڑا سا فلاٹ کا خیال, ایسی باتیں آپ نے نہیں, میں غلط بات نہیں, میرا دل کرتا ہے کہ اللہ جانتا ہے مجھے, میں کہتا ہوں اور کچھ بھی ہے نا, یہ کافر ہیں, یہ کرسچن ہیں, ہندو ہیں, ان کا مذہب ہی ہو رہا ہے, یہ ان لوگوں کا تو کچھ سسٹم ہی ہو رہا ہے نا. یہ لوگ ہمیں بدنام کر رہے ہیں, اور مقبول جان صاحب کہتے ہیں نا شفیع بھائی, اور مقبول جان صاحب کو میں سنتا ہوں تو وہ کہتے ہیں کہ ہمارا, آپ یورپ میں کہیں کہ ہمارا کاپی رائٹ کا ایکٹ ہے, کاپی رائٹ کا ایکٹ ان پہ لاگو کریں کہ یہ ہمارے مذہب کو اپنا مذہب کے استعمال نہ کریں. آپ وہاں پہ یہ کہہ رہا ہوں, یہ میں کہہ رہا ہوں نا, اور تو کوئی نہیں, اس وجہ سے نفرت ہے ان سے. جی اب چھوٹے سارے میں کرتا ہوں, نئے آنے والے دوست مجھے نہیں پہچانتے, مجھے 17 سال ہو گئے یورپ میں, اور میرا ان سے نفرت کی وجہ آپ کو بتاتا ہوں کہ وجہ کیا ہے. کہ میرے ساتھ بھی ایسی یورپ کی ان کی بہن کہہ لیں یا ان کی بیٹی کہہ لیں یا ان کی ماں کہہ لیں, تو بہت زیادہ سیریس ریلیشن میں آ گیا تھا اور بہت معاملات آگے بڑھ گئے تھے. میرے پاس اس وقت پیپر نہیں تھے, تو جب بات بہت آگے چلی گئی کہ اس پہ سائن کرو, فارمیلٹی کا پیپر ہے, تو یہ ہے کہ ہماری سیاسی پناہ منظور ہو جائے گی, پھر ہم شادی بھی کر لیں گے, اور سیٹلمنٹ کے لیے جو آپ کو اخراجات چاہیے وہ بھی آپ کو ہمارے بزرگ ادا کریں گے. میں نے جب وہ پیپر پڑھا اس میں تو واضح لکھا ہوا تھا, تو اس دن کے بعد کمنٹ کرنے آپ کا فیس بک وہ بلاک کر دیتا, آپ کو وہ بلاک ہو جاتا ہے, بلاک وہ وارننگ کے بغیر آپ کو بلاک کر دیتے ہیں. یہ حساب بنا ہوا ہے نا اس وقت. یہ بیلجیم, میں بیلجیم کی آپ کو بات بتاتا ہوں, میرا دوست ہے, اس کا نام بھی سیف اللہ ہے, اس کا نام سیف اللہ ہے, ویسے وہ پنجاب سے ہے. آپ یقین کریں وہ جس ریسٹورینٹ میں کام کرتا ہے, اس ریسٹورینٹ کے مالک نے اسے بولا ہے کہ میں تمہاری شادی کراؤں گا قادیانی لڑکی سے, ٹھیک ہے, تم قادیانیت ایکسیپٹ کرو, ڈائریکٹ تمہارے 5 سال کے ڈاکومنٹس بڑھا کے دوں گا, ریسٹورنٹ بڑھا کے دوں گا. آپ یقین کریں میرا بہت اچھا دوست ہے, بہت اچھا دوست ہے, ٹھیک ہے. ابھی بھی وہ بیچارہ ادھر ہی کام کر رہا ہے کیونکہ اس کے پاس ڈاکومنٹس نہیں ہیں. الحمدللہ مجھے اللہ پاک نے دے دیے. میں ویسے بات کر رہا ہوں کہ اس کے پاس ابھی بھی نہیں ہے, وہ مجبوری میں ادھر کام کر رہا ہے کیونکہ اور کہیں کام ملتا نہیں ہے.
تو काम तो आप किसी के पास भी कर सकते हो, ये तो कोई इशू नहीं है हमारा इनके साथ नहीं। जी जी, हमारा जो इशू है ना सैफ खान, हम कहते हैं यार तुम कादियानी हो ठीक है, हमें तुम्हारे इसमें तुम कुत्ते को, गधे को, बिल्ले को, किसी खंजीर की नस्ल को अपना बाप बना लो, हमें उससे कोई एतराज नहीं। हमें एतराज इस बात पे है कि तुम कलमा हमारे नबी का पढ़ो, अपने आप को मुसलमान ना नाम नाम हमारे नबी का ना पढ़ो, इस्तेमाल करो, और अंदरूनी खाना तुम जो है पूछते हैं इस बेगैरत को, ये गटर की औलाद को, ये जो सामने गटर में खड़ा हुआ है मिर्जा कादियानी, इसको गुलाम कादियानी कहना चाहिए, इसको अहमद भी नहीं कहना चाहिए, क्योंकि ये भी अहमद इसको कभी नहीं कहना चाहिए भाई, मैं यही बात कह रहा हूँ, इसको अहमद कभी नहीं कहना चाहिए। मुझे ये हदीस नहीं पता, मेरा सवाल इधर ही रह जाएगा, सॉरी माजरत, मैं भूल जाऊंगा फिर। बोलो। तो मेरा ये सवाल है कि हमारे नबी करीम सल्लल्लाहु अलैहि वसल्लम का पहला नाम अहमद था, ठीक है, वो अहमद नाम जो है वो मतलब मुझे कोई पढ़ा लिखा बंदा है, मुझे मैं इतना नहीं हूँ पढ़ा लिखा, तो मतलब वो किस सन में हमारा मतलब नबी करीम सल्लल्लाहु अलैहि वसल्लम का कुरान मजीद में कहाँ पे लिखा हुआ है अहमद नाम हमारे नबी करीम सल्लल्लाहु अलैहि वसल्लम का? कुरान पाक में लिखा हुआ है, लेकिन ये लिखा हुआ है मुझे पता है, मगर ये नहीं पता ना कहाँ पे लिखा हुआ है कि खास तौर पे शाहिद भाई की ब्राड पे अलामा साहब आते हैं। अलामा साहब किस वक्त आते हैं जी शाहिद भाई? ये मुफ्ती साहब नीचे बैठे हुए हैं, बैठे हुए हैं, मुफ्ती साहब इनको जवाब दे देंगे। मुफ्ती साहब जरा कॉल डालें अगर आप फ्री हैं तो। मुफ्ती साहब, अच्छा मुफ्ती साहब कह रहे हैं कादियानी के पास काम करना भी गुनाह है। अच्छा नहीं, वो काम कर रहा है, मैं जो ये नहीं बोलता, मुझे को पता है क्योंकि वो उसके वो काम पे मुफ्ती साहब, मुझे भी वल्लाह इस बात का इल्म नहीं, मुझे नहीं, मैंने कभी नहीं किया ना, अल्हम्दुलिल्लाह। ये मुफ्ती साहब, अस्सलाम वालेकुम मुफ्ती साहब। जी वालेकुम सलाम। जी सरकार, सर आपसे सवाल ये है कि हमारे नबी करीम सल्लल्लाहु अलैहि वसल्लम का नाम अहमद कुरान मजीद में कहाँ पे लिखा हुआ है, सिर्फ इस बात की प्लीज़ मुझे अगर आप तफसील दे दें, तो मुझे नहीं पता इस बारे में थोड़ा कि कौन सी सूरत में लिखा हुआ है, मैं ये मुझे कुरान पाक की आयत है व मुबश्शिरम बिरसूलिन यअती मिन बअद इस्मुहु अहमद। ये कौन से सूरत की है सर? मैं भी आपको बता देता हूँ, सूरतुल मोहम्मद, ये है पूरी आयत इस तरह के। ठीक हो गया सर, मैं दोनों सूरतें चेक कर लूंगा। क़ाल ईसा इब्न मरियम या बनी इसराइल इन्नी रसूलुल्लाहि इलैकुम मुसद्दिक़न लिमा बैना यदैया मिनत तौराति व मुबश्शिरन बिरसूलिन याती मिन बाद इस्मुहु अहमद। और याद करो जब ईसा बिन मरियम ने फरमाया, ए बनी इसराइल मैं तुम्हारी तरफ अल्लाह का रसूल हूँ, अपने से पहली किताब तौरात की तस्दीक करने वाला हूँ, और उस अजीम रसूल की बशारत देने वाला हूँ जो मेरे बाद आएंगे, उनका नाम अहमद है। इल्म नहीं था, तो मैं अपने वो अल्फाज वापस देता हूँ कि काम तो आप सबके साथ कर सकते हैं। मैं समझता था कि उस कैटेगरी के हिसाब से कि मैंने अल्लामा साहब से पूछा था ना, तो शराब खाने पे मैं काम कर रहा था, कुछ अरसा मैंने काम किया है एक स्पेनिश के पास ना, तो उन्होंने मुझे कहा था कि नहीं, अगर भूखे मर रहे हो तो जिंदा रहने के लिए कर सकते हो, लेकिन अगर भूखे नहीं मर रहे हो, अल्लाह पाक रिज़्क़ अता फरमा रहा है, तो नहीं करो। तो मैंने अल्हम्दुलिल्लाह छोड़ दिया था ये। मैंने तो कभी नहीं किया, अल्हम्दुलिल्लाह, अल्लाह का शुक्र है। गोरों के पास किया है, झूठ नहीं बोलता, अभी भी गोरों की कंपनी में बस इंशाल्लाह मैं उस लड़के को बताऊंगा। देखें सरफराज भाई, जब आपने बात की थी ना, तो मैं चुप कर गया था। मैं कहा भाई शायद भाई ये कोई बंदा बोलेगा
क्योंकि मैंने भी यही कहना लगा था, मैं कहा यार कादियानी को तो बंदा पास से गुजर जाए तो मैं तो गुनाह समझता हूँ, ये तो काम करने की पता नहीं दूर की बात है। बिल्कुल जी बिल्कुल। देखिए ये बरात पे आना चाहिए हमें। अच्छा मैं एक सवाल पूछना चाहता हूँ कासम जट साहब से। कासम जट, आपने कम से कम 1 2 3 4 5 सूरतें लिखवाई हैं, तो क्या पांचों में ही अहमद का नाम का जिक्र आया? नहीं इरशाद भाई, अस्सलाम वालेकुम। इरशाद भाई इनमें ना यानी कि नबी पाक का नाम आया, क्योंकि लोग सवाल पूछते क्या नबी पाक का नाम कुरान शरीफ में भी है? नहीं, कुरान मजीद में तो वो कुरान मजीद में अहमद का नाम, मैं बोलता सर, मैं ना ये शाहिद भाई को हवाला भेज देता हूँ, तो इंशाल्लाह वो आपको भेज देंगे इंशाल्लाह। कुरान की आयत भेज देता हूँ इंशाल्लाह। इंशाल्लाह आप सब अहबाब को जज़ा खैर अता फरमाए। शाहिद भाई मेरा एक अपार्टमेंट है तो मैं इजाज़त चाहूँगा। चलें ठीक है। हाँ, एक आखिरी मतलब मज़ाक कादियानी पे अल्लाह के नाम बेशुमार जज़ाकुमुल्लाह बेशुमार। या वाली, हाउ आर यू? गुड, अल्हम्दुलिल्लाह। यस कम भाई। अच्छा जी, सवाल क्या था आपका यार? जी मैंने सवाल ये किया था कि नबी करीम सल्लल्लाहु अलैहि वसल्लम का नाम अहमद, तो यही बस सवाल पूछना था आपने? हाँ बस यही सवाल पूछना था, क्योंकि पता नहीं है ना बात वो ये है कि सवाल अगर मैं उसे कहता हूँ अहमद ना बोलो तो वो उसे मैं भी कैसे बोलूँ कि अहमद ना बोलो, समझे? क्योंकि ये मालूमात ना हो तो फिर क्या कह सकता है बंदा। ठीक हो गया। मैं भाई सूरह अल सफ, हेलो अल सफ हो गई 6वीं आयत। जी बिल्कुल, बेशक इंशाल्लाह अल्लाह सुने दो। तो ये जो अच्छा बात सुने, ये जो मरज़ई है ना, मरज़ई का ध्यानी, ये बोलते हैं जी माज़अल्लाह, ये मिर्ज़ा गुलाम अहमद जो का ध्यानी है वो इस नाम अहमद का ना मिस्ताक है। नहीं मैं बता रहा हूँ भाई, बता रहा हूँ मेरा भाई, बता रहा हूँ सिर्फ मैं मरज़इयों के हवाले से बता रहा हूँ कि वो यहाँ से खुद को अहमदी बोलते हैं, लेकिन वो तो कज़ाब है ना मेरा भाई। मैं तो सिर्फ इतनी बात कहूँगा, अगर कोई किसी के अंदर अक्ल है ना थोड़ी सी भी ना, तो अल्लाह का जो वली भी होता है ना, नबी का तो दर्जा ही और है ना। रसूल हमारे नबी सल्लल्लाहु अलैहि वसल्लम का अल्लाह की ज़ात में नबी और रसूल दोनों हैं हमारे नबी वसल्लम को दो किस्म के गल्लां करनी है तो इस कंजर तो पहले टान दो यार। सर मैं सिर्फ इतनी बात कहना चाहता हूँ कि जिस बंदे की गटर में मौत हुई है, मुझे समझ नहीं आती उससे किस तरह इंसान हमारे पाकिस्तान या कोई बंदा, कोई इंसान, कोई बंदा भी उससे, मतलब वो तो हिंदुओं वाला साहब हो गया, गाय की मतलब मूत्र पीने वाला साहब है, सिस्टम वही है। हेलो जी सुन रहे हैं आपकी आवाज़। जी मेरे कहने का मकसद ये है ना, मैं सिर्फ ये कह रहा हूँ कि अगर एक बंदे को अल्लाह माफ़ी दे, जो अल्लाह का कोई भी इमाम हो गया, कोई मतलब पढ़ा लिखा जो अल्लाह को बहुत अजीज़ होता है, अल्लाह उसकी मौत का भी दिखाता है कि मैंने इसे मौत कितनी प्यारी दी है। ठीक है, तो अल्लाह पाक किसी खैर मुस्लिम को भी मेरी दुआ है कि कहीं पे मौत न दे बाथरूम में, तो इस गंदे को तो ना मौत भी उधर गंदगी में आई है। इबरत की निशानी है ना वो अभी वो फिरौन को भी ऐसे ही उन्होंने मारा ना, कभी अभी तक जिंदगी भर वो इबरत का निशान बना हुआ है। ठीक है ना, यही बात म्यूजियम में रखा हुआ है, तो यही बात है। तो इस मामले में वो बात नहीं करते आपसे, जब भी आप उनसे बात करें मुझे की मौत कहाँ पे हुई है, तो आपसे नहीं बात ये आ गया हवाला आ गया, ये मैंने लगा दिया है। सूरह अल सफ की आयत नंबर 6 है। अगर आपने स्क्रीनशॉट लेना ले लें। तीसरी लाइन का 5वां लफ्ज़ है, याति मिन बादि अस्मुहु अहमद। खान साहब आप ये स्क्रीनशॉट ले लें। ले ली, मैंने स्क्रीनशॉट ले लिया सर, बहुत शुक्रिया, बहुत मेहरबानी आप। तीसरी लाइन में 5वां वर्ड
बिल्कुल ठीक हो गया। ठीक हो गया, वेरी गुड। चलो जी सर जनाब, बहुत और शुक्रिया, कोई? फिर इंशाल्लाह बात होगी। मैं भी चलो कुछ ठीक है जी, कुछ ओके, बनाने के लिए लेके जा रहा हूँ। बहुत शुक्रिया चलो सर, ठीक, बहुत बहुत मेहरबानी ओके, अल्लाह आपकी। हाफिज़। इंशाल्लाह फिर बात होगी। बहुत शुक्रिया, अल्लाह हाफिज़, अल्लाह हाफिज़। हाफिज़। ਉਹ ਸ਼ਾਇਦ ਭਾਈ ਕਿਹੜਾ ਗਰੁੱਪ ਬਣਾਇਆ ਜੀ ਯਾਰ, ਮੈਨੂੰ ਨਹੀਂ ਐਡ ਕੀਤਾ ਤੁਹਾਂ ਤੋਂ। ग्रुप ਤੇ ਕੋਈ ਵੀ ਨਹੀਂ, ਸਾਡਾ ਇੰਡੀਵਿਜੂਅਲ ਕਾਲ ਕਰ ਲੈਂਦੇ ਨੇ ਸਾਰੇ। ਨਹੀਂ ਨਹੀਂ ਯਾਰ, ਤੁਸੀਂ ਰੋਜ਼ ਜਿਹੜਾ ਵੇ ਰੌਲਾ ਪਾਇਆ ਹੁੰਦਾ ਕਿ ਜਿਹੜਾ ਗਰੁੱਪ 'ਚ ਫੋਟੋ ਕੱਲੀ ਗਰੁੱਪ 'ਚ ਜਾ ਕੇ ਗਰੁੱਪ ਦੇ ਵਿੱਚ ਦਾਨੀਅਲ ਨੇ ਇੱਕ ਗਰੁੱਪ ਬਣਾਇਆ ਤਾਂ ਉਹਦੇ 'ਚ 4-5 ਬੰਦੇ ਹੈ। ਸ਼ਾਬਾਸ਼, ਤੇ ਉਹ ਮੈਨੂੰ ਵੀ ਵਿੱਚ ਕੀ ਆਂਦੇ ਨੇ, ਕਰੋ ਐਡ। ਅਦਾਨਿਆਲ ਸਾਹਿਬ जी बिस्मिल्लाह। ਉਹ ਸਰਕਾਰ ਮੈਨੂੰ ਵੀ ਜਾ ਕੇ ਕਰ ਦਿਓ ਐਡ ਇੱਥੇ। ਸਰ ਤੁਸੀਂ ਉਹ ਮੇਰੇ ਇੱਥੇ ਮੈਸੇਜ ਕਰ ਛੜਿਆ ਨਾ ਆਪਣਾ ਨੰਬਰ। ਮੈਂ ਤਾਂ ਤੁਹਾਨੂੰ ਭੇਜ ਦੇਣਾ, ਬਲਕਿ ਸ਼ਾਇਦ ਕੋਲ ਹੈ ਮੇਰਾ ਨੰਬਰ, ਸ਼ਾਇਦ ਭਾਈ ਜੀ ਨੰਬਰ ਹੈ ਉੱਥੇ ਭੇਜੋ ਹਾਂ ਗਰੁੱਪ ਵਿੱਚ। ਮੈਂ ਚਲੋ ਭੇਜ ਚਲੋ ਦਾਨੀਅਲ, ਮੈਂ ਮੋਡਰੇਟਰ ਹੈ ਵਾ ਉਹਦਾ, ਉਹ ਐਡਮਨ ਹੈ ਵਾ। ਐਡਮਨ ਮੈਂ ਹੀ ਆ ਸਰ, ਤੁਸੀਂ ਮੈਨੂੰ ਨੰਬਰ ਭੇਜ ਦਿਓ। ਤੁਸੀਂ ਨਾ ਉੱਥੇ ਗਰੁੱਪ ਵਿੱਚ ਨੰਬਰ ਭੇਜ ਜਾ ਕੇ ਤੇ ਆਪੇ ਕਰ ਦੇਣਗੇ ਐਡ। ਅੱਛਾ ਸ਼ਾਇਦ ਭਾਈ, ਇਹ ਜਿਹੜੀਆਂ ਮੈਂ ਥੱਲੇ ਕੁਰਾਨ ਸ਼ਰੀਫ ਦੀਆਂ ਜਿਹੜੀਆਂ 5 ਸੂਰਤਾਂ ਦੇ ਨਾਮ ਲਿਖੇ ਨੇ ਨਾ, ਇਹਨਾਂ ਦੇ ਵਿੱਚ ਸੂਰਾ ਸਫ ਜਿਹੜਾ ਨਾ ਉਹ ਨਾਮੇ ਅਹਿਮਦ ਆਇਆ ਸੱਲੱਲਾਹੁ ਤਾਲਾ ਅਲੈਹਿ ਵਸੱਲਮ, ਤੇ ਬਾਕੀ ਜਿਹੜੀਆਂ 4 ਨੇ ਨਾ ਸੂਰਤਾਂ, ਸੂਰਾ ਮੁਹੰਮਦ, ਸੂਰਾ ਅਹਜ਼ਾਬ, ਸੂਰਾ ਅਲ ਫਤਹ ਔਰ ਸੂਰਾ ਅਲ ਇਮਰਾਨ, ਇਹਨਾਂ 'ਚ ਨਾਮੇ ਮੁਹੰਮਦ ਆਇਆ, ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ। ਤੇ ਨਾਮੇ ਜਿਹੜਾ ਨਾਮੇ ਅਹਿਮਦ ਹੈ ਨਾ, ਉਹ ਮੇਰੇ ਆਕਾ ਦਾ ਅਸਮਾਨਾਂ ਤੇ ਯਾਨੀ ਜਿਹੜਾ ਨਾਮ ਹੋਏ ਨਾ, ਯਾਨੀ ਕਿ ਮਸ਼ਹੂਰ ਨਾਮ ਹੈ, ਉਹ ਨਾਮੇ ਅਹਿਮਦ। ਸਹੀ ਹੈ ਜੀ, ਜਿਹੜਾ ਸਾਰੇ ਫਰਿਸ਼ਤਿਆਂ 'ਚ ਤੇ ਸਾਰੀਆਂ ਮਖਲੂਕਾਂ 'ਚ ਜੀ ਅਸਮਾਨ ਤੇ ਜਿਹੜੇ ਉਹਨਾਂ ਦੇ ਵਿੱਚ ਨੇ ਜਿਹੜੇ ਮੇਰੇ ਆਕਾ ਨੇ, ਉਹ ਨਾਮੇ ਅਹਿਮਦ ਤੋਂ ਨਾ ਯਾਨੀ ਕਿ ਪਛਾਣੇ ਜਾਂਦੇ ਨੇ। ਠੀਕ ਹੈ ਜੀ, ਬਿਲਕੁਲ। ਚਲੋ ਮੈਨੂੰ ਸ਼ੱਕ ਹੁੰਦਾ ਬੰਦੇ ਸਾਡੇ ਥੱਕ ਗਏ ਨੇ। ਮੈਨੂੰ ਵੀ ਥੋੜੀ ਜਿਹੀ ਇਜਾਜ਼ਤ ਦਿਓ। ਠੀਕ ਹੋ ਗਿਆ, ਤਕਰੀਬਨ 4-5 ਘੰਟੇ ਹੋ ਗਏ। ਅੱਛਾ ਸ਼ਾਇਦ ਭਾਈ, ਮੈਨੂੰ ਨਾ ਇੱਕ ਨਿੱਕੀ ਜਿਹੀ ਗੱਲ ਹੈ ਕਿ ਯਾਰ ਮੇਰਾ ਜਿਹੜਾ ਨਾ ਉਹ ਵਾਲਾ ਅੱਲਾ ਫਾਰਾ ਵਾਲਾ ਅਕਾਊਂਟ ਹੈ, ਉਹ ਜਿਹੜਾ ਵੀ ਉਹਦੇ 'ਚ ਰੀਜਨ ਮੈਂ ਜਿਹੜਾ UAE ਪਾਇਆ ਹੈ ਜਿਹਦੇ ਵੀ ਅੱਜ ਲਾਈਵ ਹੋਣਾ, ਲੇਕਿਨ ਹੁਣ ਜਿਹੜਾ ਲਾਈਵ ਬੰਦ ਹੋਈ ਹੈ ਤੇ ਉੱਥੇ ਮੇਰਾ ਜਿਹੜਾ ਸਿਸਟਮ ਵਿੱਚ ਪੈ ਗਿਆ ਨਾ ਰੀਜਨ, ਉਹ ਸ਼ੋ ਹੁੰਦਾ ਪਿਆ ਪਾਕਿਸਤਾਨ। ਇਹ ਕੀ ਵਜ੍ਹਾ? ਉਹ ਮੇਰੀ ਲਾਈਵ ਹੀ ਬੰਦ ਹੋ ਗਈ। ਨਹੀਂ ਤਾਂ ਤੁਸੀਂ ਚੇਂਜ ਕਰਨਾ ਨਾ ਫਿਰ ਉਹਦਾ। ਉਹ ਮੈਂ ਕੀਤਾ ਵੇ, ਯਾਨੀ ਕਿ ਜਿਹੜਾ ਹੈ ਨਾ ਅਕਾਊਂਟ ਸੈਟਿੰਗ ਦੇ ਵਿੱਚ ਮੈਂ ਜਿਹੜਾ ਰੀਜਨ ਬਦਲਿਆ ਹੈ, ਲੇਕਿਨ ਜਿਹੜਾ ਵੀਡੀਓਜ਼ ਦੇ ਵਿੱਚ ਹੁੰਦਾ ਪਿਆ ਰੀਜਨ ਵਗੈਰਾ, ਉਹ ਜਿਹੜਾ ਪਾਕਿਸਤਾਨ ਸ਼ੋ ਹੁੰਦਾ ਪਿਆ। ਇਹਦੀ ਨਹੀਂ ਸਮਝ ਆਉਂਦੀ ਮੈਨੂੰ, ਪਤਾ ਨਹੀਂ ਕੀ ਚੱਕਰ। ਉਹਦੀ ਸਿਮ ਕਿਹੜੀ ਪਾਈ ਦੀ? ਸਿਮ UAE ਦੀ ਨੰਬਰ ਐਡ ਕੀਤਾ ਉਹ, ਤੇ ਫਿਰ ਤੁਸੀਂ ਜਦੋਂ ਉਹਨੂੰ ਪਤਾ ਕੀ ਕਰੋ, ਉਹਦਾ ਸਭ ਤੋਂ ਅੱਛਾ ਤਰੀਕਾ ਹੈ ਵੇ ਕਿ ਤੁਸੀਂ ਉਹਨੂੰ ਜਦੋਂ ਤੁਸੀਂ ਲੌਗਇਨ ਕਰਦੇ ਹੋ, ਉਹਦੇ ਵਾਸਤੇ ਤੁਹਾਨੂੰ ਕੀ ਯੂਜ਼ ਕਰਨਾ ਪੈਂਦਾ ਵੇ? ਈਮੇਲ ਕੇ ਨੰਬਰ? ਜੀ ਮੈਨੂੰ ਈਮੇਲ ਤੇ ਨਹੀਂ, ਨੰਬਰ ਜਿਹੜਾ ਯੂਜ਼ ਕਰਨਾ ਪੈਂਦਾ। ਉਹ ਮੈਂ ਯੂਕੇ ਦਾ ਜਿਹੜਾ ਸਿਸਟਮ ਹੈ ਨਾ, UK ਦਾ ਇਹ ਵੇ ਕਿ ਜਦੋਂ ਮੈਂ ਆਪਣੀ ਡੇਟ ਆਫ ਬਰਥ ਪਾਉਂਦਾ ਨਾ, ਠੀਕ ਹੈ, ਤੇ ਉਹ ਮੈਨੂੰ ਨਾ ਯੂਜ਼ਰ ਨੇਮ ਮੰਗਦਾ ਹੈ ਤੇ ਨਾ ਕੋਈ ਹੋਰ ਚੀਜ਼ ਮੰਗਦਾ, ਉਹ ਡਾਇਰੈਕਟ ਕਹਿੰਦਾ ਵੀ ਈਮੇਲ। ਕਿੰਝ ਪਾਉਂਦੇ ਹੋ? ਜਦੋਂ ਮੈਂ ਰਜਿਸਟਰ ਕੀਤਾ ਸੀ ਨਾ, ਉਦੋਂ ਮੈਂ ਆਪਣੀ ਡੀਟੇਲ ਪਾਈ ਨਾ ਉਹਦੇ 'ਚ, ਠੀਕ ਹੈ, ਤੇ ਜਿਹੜੀ ਡੇਟ ਆਫ ਬਰਥ ਮੈਂ ਰਜਿਸਟਰ ਕੀਤੀ ਉਹਦੇ ਨਾਲ, ਜਦੋਂ ਮੈਂ ਡੇਟ ਆਫ ਬਰਥ ਪਾਸਾਂ, ਠੀਕ ਹੈ, ਉਹ ਫਿਰ ਮੈਨੂੰ ਆਪਸ਼ਨ ਦਿੰਦਾ ਹੈ ਕਿ ਤੂੰ ਈਮੇਲ 'ਤੇ ਜਾਣਾ ਵੇ ਜਾਂ ਫਿਰ ਉਹਨੂੰ ਕੀ ਕਹਿੰਦੇ ਨੇ ਮੋਬਾਈਲ 'ਤੇ ਜਾਣਾ। ਉਹ ਫਿਰ ਮੋਬਾਈਲ ਜਿਹੜਾ ਵੇ ਨਾ, ਉਹ ਮੈਂ ਆਪਣਾ ਨੰਬਰ ਪਾਉਂਦਾ ਨਾ ਜਦੋਂ ਉਹਦੇ 'ਚ, ਠੀਕ ਹੈ, ਉਹਦੇ 'ਚ ਫਿਰ ਇਹ ਹੁੰਦਾ ਵੇ ਕਿ ਜਦੋਂ ਮੋਬਾਈਲ ਪਾਓ ਨਾ, ਫਿਰ ਤੁਸੀਂ ਆਪਣਾ ਮੋਬਾਈਲ ਦੇ ਉੱਤੇ ਤੁਹਾਨੂੰ ਟੈਕਸਟ ਆ ਜਾਂਦਾ। ਬਿਲਕੁਲ। ਜਦੋਂ ਤੁਸੀਂ ਮੋਬਾਈਲ ਪਾਉਂਦੇ ਹੋ ਤੇ ਨੈਕਸਟ ਕਰਦੇ ਹੋ ਤੇ ਉੱਥੇ 6 ਡਿਜਿਟ ਦਾ ਆਪਸ਼ਨ ਆ ਜਾਂਦਾ। ਜਦੋਂ 6 ਡਿਜਿਟ ਦਾ ਆਪਸ਼ਨ ਆਏਗਾ ਤੇ ਉੱਥੇ ਫਿਰ ਤੁਹਾਨੂੰ ਉਸਦੇ ਮੋਬਾਈਲ ਦੇ ਉੱਤੇ ਨਾ ਮੇਰਾ ਤੇ ਉਹ ਈਮੇਲ, ਉਹ ਜਿਹੜਾ ਪਾਸਵਰਡ ਭੇਜਦੇ ਨੇ ਨਾ,
ਮੇਰਾ ਆਟੋਮੈਟਿਕਲੀ ਉਸ ਉਹ ਜਿਹੜੇ ਡੱਬੇ ਨੇ ਨਾ ਉਹਦੇ ਚੋਂ ਨੰਬਰ ਡਾਇਰੈਕਟ ਪਾ ਚੜਦਾ ਇਨਬਾਕਸ। ਬਿਲਕੁਲ ਸਹੀ, ਠੀਕ ਹੈ। اور ਜਦੋਂ ਨੰਬਰ ਪੈ ਜਾਂਦਾ ਤਾਂ ਫਿਰ ਮੈਂ ਆਟੋਮੈਟਿਕਲੀ ਲੌਗਇਨ ਹੋ ਜਾਂਦਾ ਪਾਸਪੋਰਟ ਤੇ ਬਿਲਕੁਲ ਸਹੀ, ਤੇ ਫਿਰ ਉਹ ਪਾਸਪੋਰਟ ਵਗੈਰਾ ਦੀ ਮੈਨੂੰ ਜ਼ਰੂਰਤ ਨਹੀਂ ਹੈ ਪਾਉਣ ਦੀ। ਬਿਲਕੁਲ ਸਹੀ, ਗੁੱਡ। ਕਾਸਮ ਸਾਹਿਬ ਤੁਸੀਂ ਚਲਾ ਰਹੇ ਕਿੱਥੇ ਹੋ ਟਿਕਟੌਕ? ਮੈਂ UAE ਚ ਤੇ ਰਜਿਸਟਰਡ ਹੋ ਗਿਆ, ਉਹ ਰੀਜਨ ਉਸ ਦਾ ਪਾਕਿਸਤਾਨ ਰਜਿਸਟਰਡ ਹੋ ਗਿਆ? نہیں ریجن اتنے ہاں یار میرے خیال میں میرے پہ غلطی ہوئی ہے، اسے سیم فائل میں نے پاکستان یعنی سیم بھی پائی ہے۔ ਉਹਨੂੰ ਤੁਸੀਂ ਚੇਂਜ ਕਰੋ ਨਾ, ਸੈਟਿੰਗ ਉਹਦੀ ਚੇਂਜ ਕਰੋ ਤੁਸੀਂ। صحیح ہو گیا، بالکل صحیح۔ اچھا شاید بھائی اپنی ڈیٹ آف برتھ جہی وہ کی پاندے ہو تسی، جہاں ہوئے 1839 پاندے ہو کہ 40 پاندے ہو؟ نہیں میں 1771 پاندہ جی۔ چلو چھڑو سارے ہی میرے پیچھے کیوں پہنتے ہو یار، میں کوئی تھوڑا کوئی کیتا ہے ایک کوئی اعتراض نہیں ہے ویسے۔ ٹھیک ہو گیا، خیر نہ تسی نہ سکون مارو ہن۔ I love you. Okay. Allah Hafiz. I love you. I love you guys. Allah Hafiz. Thank you so much guys. Inshallah see you soon. Okay. Allah Hafiz. اظہر صاحب اوکے اللہ بدل سکتا ہے موسم کی تبدیلی کی وجہ سے، یا حالات کی، یا معاشرے کی پریشر کی وجہ سے عقائد بھی تبدیل کیے جا سکتے ہیں۔ دیکھیں بھائی، جتنے بھی ادیان ہیں اگر آپ بات کریں گے ان سے تو ان کا جو لٹریچر ہے نا وہ ہوتی ہے ان کے لیے حجت۔ باقی میرا کیا خیال ہے، میں کیا کہتا ہوں، یہ حجت نہیں ہوتے۔ جی بالکل نا، جیسے کوئی بھی عقیدہ جہاں سے چلا تو اس کی بنیاد لی جاتی ہے۔ مسلمان قرآن و حدیث کو اپنی بنیاد سمجھتے ہیں جی، اور وہ اپنے اصلاح وہیں سے کرتے ہیں، عقائد وہیں سے لیتے ہیں۔ یا اگر اس اسلام کے علاوہ کوئی کسی کی بھی مثال ایسی دی نہیں جا سکتی، ہے نہیں ہے کہ اگر کسی کو یہ کہا سکے، لیکن ہم ایک ویسے بنیادی بات کریں اصولی طور پہ کہ کوئی بھی عقیدہ اگر کسی نے رکھنا تو اس کو اپنی جو بنیاد ہے نا جو بھی ہے، جیسے اگر کرسچینٹی ہے یا دیگر دوسرے ہیں، وہ ان کو چاہیے کہ وہ بائبل سے یا اپنی کوئی بھی جو الہامی کتاب ہے یا جس کو وہ فالو کرتے ہیں وہاں سے اپنے عقائد وہ کہیں کہ جی میں اسی کو کرتا ہوں۔ لیکن اگر آگے چلتے چلتے لوگ اس کو بدل دیں اور بدلا بھی ہے لوگوں نے جیسے بائبل کو ہی لے رہے، ٹھیک ہے نا، بائبل کے جو عقائد ہیں وہ تو نہیں ہے جو آج کل کے کرسچن مانتے ہیں، یا بائبل کا وہ حکم تو نہیں ہے، لیکن اس میں تبدیلی کر کے اپنی مرضی سے امینڈمنٹ کر کے انہوں نے اپنے عقائد بنا لی ہیں کہ جی اب معاشرہ اس طرف جا رہا ہے تو ہم جدت کے ساتھ ہیں، جیسے جیسے تبدیلی ہوتی جا رہی ہے انسان اپنے کو آپ کو بھی تبدیل کرتا جا رہا ہے۔ تو ایسے اگر ہم بات کرتے ہیں احمدیہ سلسلے کے حوالے سے بھی، احمدیوں کا بھی ایک بنیادی طور پر ان کا ایک فنڈامنٹل جو ہے وہ ایک اصول موجود ہے جس کی بنیاد پر ان کے جو بانی ہیں جماعت احمدیہ کے جو لیڈر ہیں انہوں نے ایک فرقہ بنایا، اور فرقہ بنانے کے بعد اس کے اصول بھی مرتب کیے اور اپنی کتابوں کے اندر وہ ساری چیزیں انہوں نے لکھی بھی ہیں جس سے وہ انہوں نے اپنا ایک جماعت کو کھڑا کیا اور عقیدہ رکھا۔ اب اس کے بعد اگر کوئی بندہ آ کے کوئی بھی بندہ جماعت احمدیہ سے یہ کہے کہ فلاں کتاب میرے لیے حجت نہیں، یا فلاں کو میں نہیں مانتا، یا فلاں کی وہ نہیں ہے، میں یہ سمجھتا ہوں اور یہی ہے، تو پھر اس کی بات کو تو نہیں لیا جائے گا نا۔ بات تو یہ ہے کہ اگر وہ کسی مذہب کو پریٹینڈ کر رہا ہے تو اسی کو لیا جائے گا نا جو اس کی بنیاد ہے۔ دیکھیں جتنی گفتگو میں نے سنی ہے نا، یہ کہتے یہ ہیں کہ ہمارے لیے حجت ان کے جو قائد ہے وہ ہے، باقی حجت نہیں ہے اگر کہیں قائد کے بعد سے ٹکرا جائیں، یہ کہتے ہیں۔ یہ تو اصول کوئی برا اصول نہیں ہے جو وہ کہہ رہے ہیں۔ نہیں، میں اسی بات کو لے کر کہہ رہا ہوں، قائد وہ جو اس کو قائد مانتے ہیں پھر اسی سے بھی وہ برات کا اعلان کر دیں کہ جی میں اس کی یہ بات کو نہیں مانتا۔ قائد نے اگر کوئی بات کی ہے، قائدین جیسے میں نے قرآن و حدیث کہا ہے نا، دیکھیں اللہ اور اس کے رسول کے جو حکامات ہیں، رائٹ۔ اب اسی طرح ان کے عقیدے کے اندر بھی جیسے مرزا صاحب ہیں، مرزا صاحب کے بیٹے ہیں، خلفاء ہیں، ان کو یہ ڈینائی بھی نہیں کرتے کہ نہیں ہمارا بالکل پکا اور سچا عقیدہ یہ ہے کہ یہ ان کا ماننا یہ ہے کہ یہ جو خلفاء ان کے 5 ہیں ان کو اللہ تعالیٰ نے جو ہے نا وہ خلیفہ بنایا ہے، اور اللہ تعالیٰ نے ان کو یہ اختیار دیا ہے کہ وہ جماعت کو چلائیں۔
تو اب اللہ تعالیٰ نے اگر دیا ہے تو ان کی بات بھی نہیں ماننی. اگر کوئی عقیدہ رکھتے ہیں یا کوئی بات وہ پیش کرتے ہیں، کہتے ہیں میرے لیے یہ حجت نہیں ہے، یا تو وہ اس بندے سے انکار کر دیں کہ جی نہیں، یہ بندے کو خدا نے نہیں بنایا، لیکن صرف مرزا غلام قادیانی صاحب جو ہیں ہمارے لیڈر ہیں، انہوں نے جو بھی بات کی ہم اس کو لیتے ہیں، باقی کسی نے بھی کوئی بات کی ہم اس کو بالکل مسترد کرتے ہیں. میرے خیال میں جتنی بھی باتیں آپ نے کی ہیں تھوڑا سی گڑبڑ ہے ان باتوں میں، مکس اپ ہے. السلام علیکم. ایک بات کو اگر مکس اپ ہم کریں گے نا، گڑبڑ کر دیں گے، ایسا کہتے ہیں ویسا کہتے ہیں، ایسا ہوتا ہے ویسا ہوتا ہے، ایسا نہیں. جتنی گفتگو میں نے سنی ہے، کہیں ایسی بات ان کے کسی خلیفہ نے کہا ہے یا ان کے کسی صاحب جو بھی ہو کہا ہے، وہ کہتے بھائی اس بات کو ہم ماننے کے لیے تیار نہیں، اور ہماری بات جو حجت ہے ہمارے قائد کی ہے. قائد یہ کہہ رہا ہے وہی بات حجت ہوگی. جی. خلیفہ پر ان کا عقیدہ یہ ہے، خلیفہ کو خدا بناتا ہے، تو جس شخص کو خدا نے نافذ کیا ہے اور خدا نے اختیار دیا ہے تو وہ اس کی بات بھی نہیں ماننی. وہ تو خدا سے وہ لے کر آ رہا ہے وہ اپنے اختیارات. جی جی، خدا بناتا ہے. یہ کیا ان کے قائد نے لکھا ہوا ہے کہ خلیفہ خدا بناتا ہے؟ ان کا سب کا عقیدہ یہی ہے. بھائی جو میرا سوال ہے وہ تو کیجیے، جس کا جواب تو دیجیے. نہیں، قائد نے تو نہیں، لیکن ان کا عقیدہ تو یہی ہے نا. میں تو ان کے عقیدے کی بات کر رہا ہوں نا. وہ تو اپنے دل کو خوش کرنے کے لیے تھوڑا سا ایک بات ہے، لیکن اگر اس کے قائد نے نہیں لکھا تو اگر خلیفہ کو رد بھی کر دیا تو اس کا مطلب ہے یہ کوئی بڑی بات نہیں. پیر صاحب آپ کی اجازت سے اگر ایک میں مثال پیش کر دوں تو ذرا آسانی ہو جائے، اگر اجازت دیں. میں کہتا ہوں آپ مثال دو پیش کریں. ایک انتظار کریں مرتضیٰ بھائی، اپنی باری کا صبر کریں. جی میں نے اجازت لی، جی میں نے بھائی اجازت لی ہے. عرض یہ ہے کہ جس طرح وہ کہتے ہیں کہ جناب مجھے نام ماننے والا کافر ہے جس نے کہیں میرا نام بھی نہیں، اگر کس کو میرا پیغام، یہ مرزا صاحب کہتے ہیں. نہیں کہتا، ایسا نہیں کہتا. لیکن اب ان کا یہ عقیدہ ہے. ایسا نہیں کہتا. نہیں کہتے. نہیں. کیا جس تک میرا پیغام نہیں پہنچا، جس تک میرا پیغام نہیں، جس تک میری دعوت پہنچی ہے اور اس نے مجھے قبول نہیں کیا، وہ کافر اور پکا جنمی ہے اور قابل مواخذہ ہے. یہ مرزا صاحب نے کہا ہے، ٹھیک ہے نا جی. نہیں کہا. تو لیکن اس وقت مرزا اپنا اسکانی بھائی یہ ایک مطلب کوشچن ہے نا جی. بھائی جب کیوں غلط کوشچن کر رہے ہیں؟ جبکہ ہم دیکھ آئے ہیں وہ پورے اقتباس ہم دیکھ آئے ہیں. نہیں، کوشچن مکمل ہونے دینا، مکمل تو ہونے دینا. نہیں بھائی، وہ آج کل ان کی جماعت نہیں کہتا، بات ختم ہو گئی. جو وہ کہتا ہے وہ حوالہ آپ نے پڑھا ہوا ہے، آپ نے وہ حوالہ پڑھا ہوا ہے پھر صاحب. بالکل یہاں پڑھی گئی ہے اور کہیں گھنٹے اس پہ بات ہوئی ہے. چلیں فیصل بھائی اگر قریب ہے تو لگا دیں، ہم دوبارہ اس کو سمجھ لیتے ہیں. جی انہوں نے یہاں مہربانی، بہت شکریہ. ہم نے پڑھی ہے، ہم نے دیکھا. ہاں یہ ذرا بھائی جان کو ذرا بڑی، یہ ہمارے بھائی ہیں چھوٹے فیصل ڈار بھائی، تھوڑے سے مطلب نوجوان ہیں، لیکن یہ ان کو اگر آپ مین ونڈو پہ لگا دیں. مین ونڈو پہ اس کو لگانا ہے؟ چلے ٹھیک ہے. ویسے بات جہاں سے جیسے تسلسل سے آ رہی تھی نا کہ آپ والی بات ہے یوسفی بھائی، آپ والی بات ہے کہ ان کے جو مین بنیادی عقائد ہیں نا ان سے یہ ہٹے ہوئے ہیں. ان کی تو بات مانتے ہی نہیں، نہ جن کو خلیفہ اللہ بناتا ہے ان کی ماننی ہے، نہ کسی اور کی ماننی ہے. تو وہ میں نے اگزامپل آپ کی ہیلپ کے لیے یہ پیش نہیں دیکھیں وہ کیا کہہ گئے ہیں. میں یہ کہہ رہا تھا کہ پیر صاحب کہہ رہے ہیں کہ وہ ان کے لیے حجت نہیں ہے، لیکن جب وہ کہتے ہیں ہمارے لیے حجت ہے، ہم خلیفہ کو مانتے ہیں، وہ تو پیر صاحب اگر ان کو کہیں تو وہ تو نہیں نا. لیکن اگر جو بندے جو اصل میں پیر صاحب کی پڑھائی جو ہے نا وہ بزرگ ہیں ہمارے، علم دین ہے، لیکن مرزیت کے حوالے سے پڑھائی پیر صاحب کی ابھی کچی ہے، یہ وجہ ہے. مطلب بڑے ہو کے صحیح ہو جائیں گے. کیا لکھا ہوا ہے ذرا پیر صاحب سے پڑھوائیں. نہیں بڑے تو ہو گئے ہیں، لیکن وہ پڑھائی پیر صاحب کی ابھی کچی ہے قادیانیت کے حوالے سے. خدا تعالیٰ نے میرے پر ظاہر کیا ہے کہ ہر ایک شخص جس کو میری دعوت پہنچی ہے اور اس نے مجھے قبول نہیں کیا، وہ مسلمان نہیں ہے، خدا کے نزدیک قابل مواخذہ ہے. یہ تو پرنٹنگ پریس والوں کی تحریر ہے، مرزا صاحب نے اپنے ہاتھ سے تو نہیں لکھی ہوئی نا.
یہ تذکرہ کے یہ سب اندر یہاں یہ کہہ سکتے ہیں تذکرہ کے اندر درج ہے. تذکرہ پھر ان کی کتاب نہیں ہے نا. نہیں یوسفی بھائی ایسے نہ کرے نا, وہ پیر صاحب کو آپ نہ دیں, پیر صاحب کو خود سوچیں. جو بات پیر صاحب کو کہنی ہے پہلے کہہ دوں. مرتضیٰ بھائی بریک پہ پاؤ, سیدھی انگلی سے نہ نکلے, انگلی ٹیڑھی کرنی ڈار صاحب کا کام ہے, پرانا کام ہے. جی یہ لے مرزا صاحب کے اپنے ہاتھ سے آ گیا جناب, آپ کیا کہتے ہیں؟ آپ نے پیش کیا ہے ایک اقتباس, کہاں سے ہے یہ بتائیے پہلے صاحب. یہ روحانی خزائن کی جلد نمبر 14 ہے. مرزا صاحب سے یہی سوال کیا جا رہا ہے ایک منٹ, اسی کے حوالے سے. تقریر مت کیجیے, سنیے. یہ کس کی تحریر ہے صاحب کی؟ اچھا, کیا یہی 2 لائن جو آپ نے پڑھے اتنا ہی لکھا ہوا ہے یا آپ کو پورا پڑھنا ہوگا؟ انہی 2 لائنوں کی تفسیر انہوں نے کی ہے, انہی 2 لائنوں کی تفسیر اپنے ہاتھ سے کی ہے انہوں نے. یہ جو مکمل تحریر ہے باقی کون پڑھے گا؟ آنکھیں بند کرو اس پہ, جب آپ اجازت دیں گے, جس پہ آپ نے 2 نشان لگائے ہوئے لکیر, بس اتنی ہی ہے. پیچھے جب آپ اجازت دیں گے میں ساری تحریر پڑھ دوں. اجازت کیسے دے دوں گا؟ زہر پیوں گا, کہوں گا کہ بس میں نے پی لیا, اب اجازت ہے؟ آپ کو بڑا کر دیا گیا, سوال کیا جا رہا ہے, آپ کو کہا گیا پیش کرو, اجازت اور کیسے دیں گے؟ یہ عجیب صرف ایک جملے کی اجازت ہے, ایک جملے کی اجازت. چلے سارا پڑھ لیں. پیر صاحب جتنی تحریر آپ نے فیصل بھائی نے پڑھی ہے یا ہم نے سنی بشمول آپ کے, اتنی تحریر پر آپ کیا تبصرہ کرتے ہیں؟ باقی بات کی بات ہے. نہیں کروں گا اس پہ, کیوں کروں اس پہ؟ نہیں, یہ تو کوئی بات نہ ہو نا, مطلب یہ جتنی تحریر ہے آپ اس پر تو کوئی نہ کوئی تو اپنا تبصرہ دے سکتے ہیں نا, کوئی رائے اپنے قائم کر سکتے ہیں نا کہ یہ جو تحریر ہے. نہیں, آپ کے کہنے پر کیوں دیں گے, آپ کے کہنے پر کیوں تبصرہ کریں, وہ نہیں کریں گے. یہ ساری تحریر پڑھیں بھجن آپ. بات یہ ہے کہ پیر صاحب کا یہاں اپنا موقف ہے, ہمارا اپنا موقف ہے. انہوں نے اپنا موقف بیان کر دیا, ہمارا اپنا موقف ہے. نہ ہم پیر صاحب کے پابند ہیں نہ وہ ہمارے پابند ہیں. آپ اپنے موقف کے حساب سے اپنی بات کو آگے جاری رکھیں. ہم نے ان کو پابند نہیں کرنا نا, ہم نے ان کو پابند نہیں کرنا, ہم نے ان کو بتانا ہے. فیصل بات سن یار, فیصل بات سننا. بات بڑی سیدھی سی ہے, تحریر یہ ہو یا وہ الہام ہو, سابقون الاولون کی تشریح لی جائے گی بقول پیر اسکانی بھائی کے, اور مرزا صاحب کے ہاتھ پر بیعت کرنے والے ان کے بیٹے, ان کے صحابی قمر الانبیاء نے جو تشریح کیا وہ سب سے اول ہے. وہاں نہ پیر صاحب کی چلے گی نہ میری چلے گی. کیوں پیر اسکانی بھائی بات درست ہے, اصولی ہے یا غیر اصولی ہے؟ نہیں, وہ تو ہماری جو بات ہے نا مسلمانوں کی, وہ تو بات ہی الگ ہے نا. اب ہمارا جو بات کلیہ قاعدہ بھی تشریح کے لحاظ سے اس تحریر آپ سامنے موجود ہے. تشریح کا حق کس کو ہے, مجھے ہے, آپ کو ہے, یا مرزا صاحب کے صحابہ کو ہے؟ سب سے اول حق کس کو ہے؟ اصولوں کو سارا کچھ ہے, چھوڑ دیں. میری بات سن لیجئے نا. جی آپ نے جو بات کی, اب مجھے بات کرنے کی اجازت دیں. بات یہ کہ ہمارا یہ اصول ہے کہ قرآن اور حدیث علی فہم السلف, اور اس کی دلیل بھی ہمیں ملتی ہے. سابقون الاولون ہیں, ان کے فہم پر ہم چلیں گے جب پڈا ہو جائے ہمارے درمیان کسی بات میں, ورنہ واضح ہے قرآن و حدیث ہے کہ نہیں. جب کہیں کسی بات پہ کسی نے کوئی بات کہہ دی, کوئی عقیدہ گڑھ لیا, اور وہاں میرے اور آپ کے جو ہے اختلاف پایا ہم نے, تو ہم کریں گے کیا؟ پھر جائیں گے سابقون الاولون کو دیکھیں گے کہ انہوں نے کیا سمجھا اس متن سے, وہ معتبر ہوگی ہم دونوں کے لیے. اب رہی یہ جماعت کی بات, جماعت کا بھی یہی نظریہ ہے, تحریر دوں اس کی؟ ایک منٹ نا, باتیں سن لیجئے, اب میری بات تو مکمل ہونے دیجئے. ان سے جتنی بھی بات ہوئی ہے, جب بھی کوئی بات پیش کی جاتی ہے ان کے خلفاء کی یا جو بھی بات ہے, کہتے بھائی نہیں, ہمارے قائد نے یہ نہیں کہا, ہمارے لیے حجت نہیں. کسی سے بھی اختلاف ہم کریں گے لیکن اپنے قائد سے نہیں کر سکتے. یہ میں نے ان سے سنا ہے. باقی اب اگر آپ ثبوت پیش کریں گے کہ وہاں ان کے لٹریچر میں یہ بات موجود ہے, ان کے قائد نے وہ کہا ہو کہ خلیفہ بھی حجت ہوں گے تمہارے لیے, پھر تو ان کو ماننا ضروری ہے. بھئی جہاں ہم مانتے ہیں, ہمیں تو اللہ نے حکم دیا ہے نبی علیہ السلام کے زبان مبارک سے کہ سابقون الاولون کے نقش قدم پر چلیں گے, فہم ان کا چلے گا اختلاف میں. یہ ہے وہ بات. آپ پیر صاحب کو کی بات پیش کر لیں, لیکن پیر صاحب وہ تو کہتے ہیں کہ عقائد سے بھی اختلاف کیا جا سکتا ہے. نہیں بھائی, پیر صاحب کو وہ مسلم عود والے جو مرزا صاحب کے دعوے تھے نا وہ دکھائیں ان کو. اب میری بات سمجھ میں آ گئی؟
آپ کو بات جو ہے وہ دہانت سے کرنی ہوگی. ان کے قائد کی بات پیش کریں کہ جب اختلاف پایا جائے اس وقت آپ رجوع کریں گے میرے صحابہ کی طرف, پھر تو بات بنے گی. اگر یہ کہیں گے کہ ہم نہیں مانتے پھر تو ان کی گرفت ہو جائے گی. لیکن اگر ایسی بات ان کے قائد نے نہیں کی ہے, باقی کوئی بھی اصول کوئی بیان کرے, اس کو اگر نہیں مانتے تو یہ ملامت نہیں ہوں گے. جی پیر صاحب میں عرض کرتا ہوں, کہتے ہیں نہیں بھائی ایک سیکنڈ, نہیں فیصل بھائی, پیر صاحب یہ کہتے ہیں کہ ہم نبی کریم صلی اللہ علیہ وآلہ وسلم کے بنائے ہوئے جو دی ہوئی شریعت ہے اس پہ چلنے والے ہیں. ہمیں یہ بار بار یہی باور کرایا جاتا ہے کہ ہم سچے مسلمان ہیں. سچے مسلمان کی جب انہوں نے مثال دینی ہوتی ہے تو پھر وہ صحابہ سے شروع کر لیتے ہیں اپنے آپ کو سچا کرنے کی. تو آپ کہہ رہے ہیں کہ مرزا صاحب کی تو کوئی حیثیت ہی نہیں ہے نا شریعت کے آگے. وہاں تو وہ کہتے ہیں کہ بالکل جہاں ان کو بلاک ہو جاتے ہیں, قرآن و حدیث صحیح والی پیش کر دی جائے ان کے سامنے سے, وہاں بلاک ہو جاتے ہیں. مرزا صاحب کی تھی حیثیت اس کے سامنے, وہ کہتے ہیں جناب مرزا صاحب کچھ بھی نہیں ہے, یہ تو غلام ہیں. بھائی لتاں دی پار پاؤ فیصل صاحب. اب میں یہی آپ سے اجازت ہی مانگ رہا تھا, میں نے کہا جب آپ اجازت دیں. پیر صاحب دیکھیں میرے پیارے بھائی, اچھا فیصل بات سننا یار, نیچے ایم جی کوئی بات کر رہا ہے, اس کو جگہ دیں اوپر کسی بندے کو آنے کے لیے, اس سے تھوڑی سی گفتگو ہو جائے یار. اصولوں پر اچھا میں نیچے جاتا ہوں, میں نیچے جا رہا ہوں, میں نیچے جا رہا ہوں, حوالے وغیرہ پر نہیں ہے. پھر رات کو ہی انشاءاللہ اپنی بات مکمل کریں گے. ابھی یہ دوست جو ہیں ان کو بات کر لینے دیتے ہیں, کیا خیال ہے؟ جی رات کو آپ کسی اصول پر طے کرنا چاہتے ہیں تو ہمیں کوئی مسئلہ نہیں ہے. اصول طے ہو تو گفتگو ہونا کوئی مشکل نہیں ہوتا. اصول پہلے کلیئر ہو. ہماری رات کو بڑی اچھی ہوتی ہے نہیں مہمان بھائی, جب آپ لوگ سو جاتے ہیں نا پھر ہم لوگ آپس میں کافی شغل کرتے ہیں. ہاں یہ بات ٹھیک ہے نا, ٹھیک ہے نا, کوئی مسئلہ نہیں ہے. جی کون آنا چاہتا ہے بھائی؟ ایم جی صاحب تھے نیچے, میں نے ان کو کہا کہ وہ 2-3 سوال کر رہے تھے, میں نے کہا اوپر آ جائیں سوال کریں, جواب لے لیں یار. جی ایم جی صاحب, ہاں انہوں نے کال ڈالی ہے اور دو ساتھی ہیں, ایک مامو جی ہیں اور ایک ایم جی صاحب. جی السلام علیکم ورحمۃ اللہ وبرکاتہ. وعلیکم السلام. جی کیا حال چال ہے سب کا؟ ٹھیک ہے کرم اللہ پاک, آپ سنائیں. جی بس ٹھیک ٹھاک. میں صرف پیر صاحب کو کی ایک توجہ یا آپ لوگوں کی اس طرف دلانا چاہتا ہوں کہ وہ جو تحریر پیر صاحب کہہ رہے تھے کہ یہ پڑھو جو سوال نمبر 6 ہے, تو آپ نے ان کو کہا جی ان کے بیٹے نے وہ کی ہے تشریح, اس کی تشریح کر دی ہے, تو کیوں نہ جو رائٹر ہے اس کی اپنی تشریح قابل قبول کیوں نہیں ہے؟ جس نے ایک چیز خود لکھی ہے اس کی بیان کی ہوئی تفسیر آپ کو کیوں قبول نہیں ہے؟ جو پیر صاحب کا مطالبہ ہے کہ وہ پوری تحریر پڑھو. میری بات آپ سمجھے ہی نہیں ہے. رائٹر کی تحریر پڑھنے سے مجھے کوئی انکار نہیں ہے. رائٹر کی تحریر سے جو معنی جو مفہوم نکلتا ہے وہ ان کے بیٹے نے بیان کیا ہے, یہی تحریر نقل کر کے, یہ ہے میرا مدعا. اب بات سمجھیں, مجھے اس تحریر سے آپ کوئی بات سنیں, میری اب سنیں پوری. اس تحریر سے میں ایک معنی نکالتا ہوں, ایک معنی آپ اخذ کرتے ہیں, ایک معنی زیار رسول اخذ کرتا ہے. ان سب معنیوں پر فوقیت حاصل ہے اس معنی کو جو مرزا صاحب کے ہاتھ پر بیعت کرنے والے بندے نے کی ہے اور جماعت کا نمائندہ بن کر کی ہے. یہ ہے میرا موقف. لیکن اس سے پہلے اچھا چلیں ٹھیک ہے, آپ کی بات جب ہو جائے بتائیے. میں اس کی فوقیت ثابت کر رہا ہوں کہ ہمیں وہ معنی, ہمیں اپنی طرف سے اس تحریر پر کوئی حاشیہ نہیں چڑھانا چاہیے. اگر اس کے کسی تحریر میں کوئی سمجھنے میں ہمیں کوئی مسئلہ ہے, کوئی اختلاف آتا ہے, ہم ایک معنی کرتے ہیں دوسرا کرتا ہے, تو بہترین ہے سابقون اولون سے ترجیح لیجیے جو ان کے ہیں, انہوں نے کیا معنی سمجھے ہیں, ان کے معنی دیکھ کر ہم دیکھ لیتے ہیں کہ اس تحریر سے یہ معنی نکلتا ہے, اس بات کی اثبات ہوتے ہیں, یہ بات کی نفی ثابت ہوتی ہے. اتنی سی بات ہے. اگر آپ اس اصول سے متفق ہیں تو ٹھیک ہے, نہیں مانتے ہیں تو آپ کی مرضی کی بات ہے. دیکھیں جی, اب میں بات کر سکتا ہوں؟ بالکل بولیں آپ. جی اچھا, میں کہہ رہا ہوں کہ آپ کی بات اس صورت میں درست ہے کہ اس کی انہوں نے خود تفصیل بیان نہ کی ہو, اپنے موقف کو, اپنے جو بیان کیا اس کو کلیئرلی انہوں نے قلم بند نہ کیا ہو. جب انہوں نے خود ایک تفصیل کے ساتھ معاملہ حل کر دیا ہے تو پھر آگے پیچھے دیکھنے کی کیا ضرورت ہے؟ وہ تو تب دیکھا جاتا ہے جب ایک چیز کلیئر نہ ہو.
یہ تقریباً 3-4 دفعہ پیر صاحب بھی پڑھ کے سنا چکے ہیں، سمجھا چکے ہیں، تو اس کے باوجود آپ لوگ پتہ نہیں کیوں نہیں اس چیز کو مان رہے۔ میں تو کہتا ہوں کہ اب یہ یوسفی صاحب نے ایک سوال پوچھا ہے تو وہ سوال نمبر 6 ایک دفعہ ڈار صاحب پڑھ دیں اور پیر صاحب اس کو سمجھا دیں، یا وہ مرتضی عوان صاحب نے، معذرت چاہتا ہوں، انہوں نے بھی اس کی تائید کی تھی سوال کی، تو ایک دفعہ تحریر ہے حمزہ صاحب، ایک تحریر ہے، ایک تحریر لکھی ہے۔ یوسفی صاحب بھائی ایک منٹ یوسفی بھائی خاموشی پلیز۔ دیکھیں اب بات تو یہ ہے نا کہ تحریر تو ہے مرزا صاحب کی، تحریر اگر معنی طلب نہ ہوتی تو مرزا بشیر احمد احمد صاحب کو اس سے معنی کرنے کی ضرورت ہی نہ پڑتی، اس پر اب علیحدہ گفتگو کرنے کی ضرورت ہی نہ پڑتی۔ اگر ضرورت تھی تو انہوں نے کی ہیں، پہلا سوال ہے۔ کچھ اس میں ایسی باتیں تھیں جو وضاحت طلب تھیں تو ان کو کرنی پڑی ہے، نہ ہوتی بات۔ جی آپ کی آواز نہیں آ رہی، شاید ان کو کال اچھا سوری، نہیں ٹریلر آ گیا تھا بیچ میں۔ میں یہ عرض کر رہا تھا کہ مرزا بشیر احمد احمد صاحب نے کے سامنے یہ تحریر پیش کی گئی تھی، جماعت احمدیہ کے دوسرے گروہ، لاہوری گروہ جسے کہا کرتے ہیں ہم، اس گروہ کی طرف سے نا یہ تحریر پیش کی گئی تھی۔ وہ لوگ جو مرزا صاحب کو مسیح موعود مانتے ہیں، امام مہدی مانتے ہیں، ان کی طرف سے یہی تحریر پیش کی گئی تھی کہ اس تحریر کا یہ معنی ہے۔ وہ اس سے غیر احمدیوں کا کفر کی نفی ثابت کر رہے تھے، انہوں نے اس تحریر کے معنی پھر مرتب کیے کہ اس تحریر سے غیر احمدیوں کا کفر ہونا ثابت ہوتا ہے۔ پہلی بات ہی انہوں نے دیکھیں، اس میں سائل نے جو سوال کیا تھا، جو پہلا سوال تھا اس کا کہ غیر احمدیوں کو کافر کہا ہے آپ نے، تو مرزا صاحب نے اس کی نفی نہیں کیا، یہ انہوں نے اس کا جواب دیا تھا کہ یہاں سے یہ ثابت ہوتا ہے کہ مرزا صاحب کا عقیدہ تھا کہ میرے انکار سے بندہ کافر ہوتا ہے، اس لیے انہوں نے اس کی نفی نہیں کی، ورنہ یہ کہتے کہ تم نے غلط بات میری طرف منسوب کی ہے۔ اگر تو یہ مطلب ہوتا نا تو وہ کہتے کہ تم نے غلط بات منسوب کیا۔ انہوں نے جو بات مرزا صاحب کی طرف منسوب کی ہے، انہوں نے تسلیم کیا ہے کہ میں اپنے دعوے سے انکار کرنے والوں کو کافر کہتا ہوں، اس لیے انہوں نے رد نہیں کیا اس بات کا۔ یہ ہے اصل بات جو انہوں نے پیش کی ہے اس تحریر سے۔ اگر یہ وضاحت طلب نہ ہوتی تو ان کو یہ وضاحت کرنے کی ضرورت نہ پڑتی۔ یہ ہے میرا موقف۔ اب آپ اگر اس پر کچھ کہنا چاہتے ہیں۔ نعیم صاحب میں یہی بات کر رہا ہوں، اب بول سکتا ہوں؟ اچھا، سوال نمبر جو 6 ہے نا، سوال نمبر 6 بنیادی طور پر یہی سوال جو ہے جو آپ اب کر رہے ہیں یا لاہوریوں نے کیا ہے اس کا ہی جواب ہے۔ تو وہ میں کہہ رہا ہوں کہ جب جو مصنف ہے وہ خود اپنی تحریر کی جو تشریح ہے وہ کر رہا ہے، اور وہ آپ کو سمجھ بھی آ رہی ہے، مجھے بھی سمجھ آ رہی ہے، پیر صاحب کو بھی سمجھ آ رہی ہے، اور پیر صاحب بلکہ اس کو میرے سے بھی اچھا سمجھ گئے ہیں، کیونکہ وہ ایک علمی شخصیت ہے، انہوں نے اس میدان میں زندگی گزاری ہے۔ ہم تو ابھی پڑھنا شروع ہیں، یہ کچھ 8-10 مہینے ہوئے ہیں، اور اس میں ایک بنیادی چیز یہ بھی ہے کیونکہ مرزا صاحب کی جو اردو ہے اس میں بہت ایک جس طرح پرانی اردو ہوتی تھی جس میں فارسی کا بہت سے الفاظ ہوتے تھے، اور اس کو پیر صاحب بہت اچھے طریقے سے سمجھ جاتے ہیں کہ ان کا ماخذ کیا ہے اس تحریر کا۔ تو میں وہی کہہ رہا ہوں کہ آپ اس تحریر کو اگر ادھر دوبارہ پڑھ لیں، اس سے کوئی مسئلہ نہیں ہے، یہ جو سوال نمبر 6 ہے، بلکہ تریاق القلوب سے بھی پڑھ لیں جہاں سے اعتراض وہ انہوں نے کیا ہے، پہلے سوال جہاں سے شروع ہو رہا ہے، تو مسئلہ سارا کھل جاتا ہے۔ اب بات یہ ہے کہ اس بات 15 منٹ میں ادھر